ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 161 ਤੇ ਅੱਧ ਟੱਪ ਕੇ ਹੈ 2 ਨੰਬਰ। ਦੂਜੈ ਭਾਏ ਨ ਸੇਵਿਆ ਜਾਏ, ਹਉਮੈ ਮਾਇਆ ਮਹਾਂ ਬਿਖ ਖਾਏ। ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾ ਆਵੈ ਜਾਏ। ਦੂਜੈ ਪਾਏ, ਜਿਹੜਾ ਮਨਮੁਖ ਹੈ ਦੂਜੈ ਪਾਏ, ਇਹ ਮਾਇਆ ਨੂੰ ਪਿਆਰ ਕਰਦਾ। ਜਿਹੜਾ ਗੁਰਮੁਖ ਹੁੰਦਾ ਹੈ ਉਹ ਰੱਬ ਨੂੰ ਪਿਆਰ ਕਰਦਾ। ਉਹਦੇ ਲਈ ਪਹਿਲਾਂ ਪਰਮਾਤਮਾ ਹੈ, ਦੂਜੇ ਨੰਬਰ 'ਤੇ ਮਾਇਆ। ਜਿਹੜਾ ਮਨਮੁਖ ਹੈ ਉਹਦੇ ਲਈ ਬਸ ਮਾਇਆ ਹੀ ਮਾਇਆ, ਪਰਮਾਤਮਾ ਤਾਂ ਕਿਸੇ ਨੰਬਰ 'ਤੇ ਹੈ ਹੀ ਨਹੀਂ। ਗੁਰਮੁਖ ਦੇ ਵਿੱਚ ਪਹਿਲੇ ਨੰਬਰ 'ਤੇ ਪਰਮਾਤਮਾ ਹੁੰਦਾ, ਦੂਜੇ ਨੰਬਰ 'ਤੇ ਮਾਇਆ ਹੁੰਦੀ ਹੈ। ਪਰ ਮਨਮੁਖ ਹੈ ਸਿਰਫ ਮਾਇਆ ਹੀ ਹੈ, ਰੱਬ ਤਾਂ ਹੈ ਹੀ ਕੋਈ ਨਹੀਂ। ਇਸ ਲਈ ਜਿਹੜਾ ਮਨਮੁਖ ਹੈ ਦੂਜੇ ਪਾਏ, ਉਹ ਮਾਇਆ ਨੂੰ ਪਿਆਰ ਕਰਦਾ ਹੈ। ਨਾ ਸੇਵਿਆ ਜਾਏ, ਇਸ ਲਈ ਸਿਮਰਨ ਨਹੀਂ ਕਰ ਸਕਦਾ, ਕਿਉਂਕਿ ਉਹਦਾ ਸਾਰਾ ਧਿਆਨ ਮਾਇਆ ਕਮਾਉਣ ਵਿੱਚ ਲੱਗਾ ਹੁੰਦਾ, ਇਸ ਲਈ ਉਹ ਸਿਮਰਨ ਨਹੀਂ ਕਰ ਸਕਦਾ। ਹਉਮੈ ਮਾਇਆ ਮਹਾਂ ਬਿਖ ਖਾਏ। ਇਹ ਮਾਇਆ ਜਿਹੜੀ ਹਉਮੈ ਹੈ ਨਾ, ਇਹ ਤਾਂ ਐਂ ਹੈ ਜੇ ਬੰਦਾ ਬਿਖ ਜ਼ਹਿਰ ਖਾ ਰਿਹਾ ਹੋਵੇ। ਜੇ ਬੰਦਾ ਜ਼ਹਿਰ ਖਾਏ ਤਾਂ ਮਰ ਵੀ ਸਕਦਾ ਹੈ, ਅਤੇ ਉਹਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਜਿਹੜੀ ਮਾਇਆ ਦੀ ਹਉਮੈ ਹੈ ਇਹ ਬੰਦੇ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੀ। ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਇਹ ਪੁੱਤਰਾਂ ਪੁੱਤਰ ਕਰਕੇ, ਪਰਿਵਾਰ ਕਰਕੇ, ਪਰ ਗ੍ਰਹਿ ਘਰ ਕਰਕੇ ਮੋਹਿਆ ਮਾਏ, ਅਤੇ ਮਾਇਆ ਕਰਕੇ ਇਹ ਮੋਹਿਆ ਹੋਇਆ। ਮਨਮੁਖ ਦੇ ਮਨ ਨੂੰ ਪੁੱਤਰਾਂ ਨੇ, ਪਰਿਵਾਰ ਨੇ, ਘਰ ਨੇ, ਮਾਇਆ ਨੇ ਮੋਹਿਆ ਹੋਇਆ ਹੈ। ਇਸ ਲਈ ਮਨਮੁਖ ਅੰਧਾ ਆਵੈ ਜਾਏ। ਇਸ ਲਈ ਮਨਮੁਖ ਹੈਗਾ ਅੰਧਾ ਭਾਵ ਅਗਿਆਨੀ। ਆਵੈ ਜਾਏ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਇਹਦੀ ਮੁਕਤੀ ਨਹੀਂ ਹੁੰਦੀ। ਕਿ ਮੁਕਤੀ ਤਾਂ ਹੋਣੀ ਨਾਮ ਜਪ ਕੇ, ਅਤੇ ਮਨਮੁਖ ਦਾ ਸਾਰਾ ਧਿਆਨ ਮਾਇਆ ਵੱਲ ਹੁੰਦਾ ਹੈ, ਇਸ ਲਈ ਨਾਮ ਜਪਦਾ ਨਹੀਂ, ਇਸ ਲਈ ਜੰਮਣ ਮਰਨ ਦੇ ਚੱਕਰ 'ਚ ਪਿਆ ਰਹਿੰਦਾ ਹੈ। ਹਰ ਹਰ ਨਾਮ ਦੇਵੈ ਜਨ ਸੋਏ, ਅਣ ਦਿਨ ਭਗਤ ਗੁਰ ਸ਼ਬਦੀ ਹੋਏ। ਗੁਰਮਤਿ ਵਿਰਲਾ ਬੂਝੈ ਕੋਏ, ਨਾਨਕ ਨਾਮ ਸਮਾਵੈ ਸੋਏ। ਹਰ ਹਰ ਨਾਮ ਦੇਵੈ ਜਨ ਸੋਏ। ਜਿਸ ਨੂੰ ਪਰਮਾਤਮਾ ਨਾਮ ਦੀ ਦਾਤ ਦਿੰਦਾ ਹੈ, ਉਹ ਕੀ ਕਰਦਾ ਫਿਰ? ਅਣ ਦਿਨ ਭਗਤ ਗੁਰ ਸ਼ਬਦੀ ਹੋਏ। ਉਹ ਗੁਰੂ ਦੇ ਸ਼ਬਦ ਰਾਹੀਂ, ਗੁਰਮੰਤਰ ਰਾਹੀਂ ਦਿਨ ਰਾਤ ਫਿਰ ਭਗਤੀ ਕਰਦਾ ਹੈ, ਦਿਨ ਰਾਤ ਭਗਤੀ ਕਰਦਾ, ਫਿਰ ਨਾਮ ਦੀ ਦਾਤ ਮਿਲ ਗਈ ਹੈ। ਗੁਰਮਤਿ ਵਿਰਲਾ ਬੂਝੈ ਕੋਏ। ਪਰ ਇਸ ਗੱਲ ਨੂੰ ਕੋਈ ਵਿਰਲਾ ਟਾਵਾਂ ਜਿਹੜਾ ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹਨੂੰ ਇਸ ਗੱਲ ਦੀ ਸੋਝੀ ਹੁੰਦੀ। ਇਸ ਗੱਲ ਦੀ ਸੋਝੀ ਵੀ ਉਸ ਨੂੰ ਹੈ ਜਿਹੜਾ ਗੁਰੂ ਦੀ ਮੱਤ 'ਤੇ ਚੱਲਦਾ ਹੈ, ਅਤੇ ਉਹ ਵਿਰਲਾ ਹੁੰਦਾ, ਉਹ ਵਿਰਲੇ ਨੇ। ਨਾਨਕ ਨਾਮ ਸਮਾਵੈ ਸੋਏ। ਅਤੇ ਜਿਹਨੂੰ ਫਿਰ ਆ ਜੇ ਸੋਝੀ ਗੁਰੂ ਦੀ ਮੱਤ 'ਤੇ ਚੱਲ ਕੇ, ਉਹ ਨਾਮ ਦੇ ਵਿੱਚ ਹੀ ਸਮਾ ਜਾਂਦਾ ਹੈ, ਲੀਨ ਹੋ ਜਾਂਦਾ, ਪਰ ਹਰ ਵਕਤ ਨਾਮ ਜਪਦਾ ਰਹਿੰਦਾ ਹੈ। ਗੌੜੀ ਗੁਆਰੇਰੀ ਮਹਿਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨ ਕਾਰ ਕਮਾਵੈ ਕੋਈ। ਅਖੁੱਟ ਨਾਮ ਧਨ ਹਰ ਤੋਟ ਨ ਹੋਈ, ਐਥੈ ਸਦਾ ਸੁਖ ਦਰ ਸੋਭਾ ਹੋਈ। ਗੁਰ ਸੇਵਾ ਜੁਗ ਚਾਰੇ ਹੋਏ। ਚਾਰੇ ਹੀ ਯੁੱਗਾਂ 'ਚ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ, ਕਿਉਂ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਆਖੇ ਲੱਗ ਕੇ ਅਸੀਂ ਪਰਮਾਤਮਾ ਪ੍ਰਾਪਤ ਹੋਵਾਂਗੇ। ਇਸ ਲਈ ਸਾਰੇ ਯੁੱਗਾਂ ਦੇ ਵਿੱਚ ਲੋਕ ਗੁਰੂ ਦੀ ਸੇਵਾ ਕਰਦੇ ਹਨ। ਪੂਰਾ ਜਨਕਾਰ ਕਮਾਵੇ ਕੋਈ। ਜਿਹੜਾ ਪੂਰਾ ਵਿਅਕਤੀ ਹੁੰਦਾ ਹੈ
ਉਹ ਫਿਰ ਇਹ ਗੁਰੂ ਦੀ ਸੇਵਾ ਕਰਨ ਦੀ ਕਾਰ ਕਮਾਉਂਦਾ, ਕੰਮ ਕਰਦਾ। ਉਹ ਗੁਰੂ ਦੀ ਸੇਵਾ ਕਰਦਾ। ਜਿਹੜਾ ਜਨ ਹੁੰਦਾ, ਜਿਹੜਾ ਪਰਮਾਤਮਾ ਦਾ ਭਗਤ ਹੁੰਦਾ, ਉਹ ਫਿਰ ਸੇਵਾ ਦੀ ਕਾਰ ਕਰਦਾ, ਕੰਮ ਕਰਦਾ। ਅਖੁੱਟ ਨਾਮ ਧਨ ਹਰ ਟੋਟ ਨਾ ਆਵੇ। ਫਿਰ ਉਹਦੇ ਕੋਲੇ ਨਾਮ ਧਨ ਅਖੁੱਟ ਹੁੰਦਾ, ਅਮੁੱਕ, ਜਿਹੜਾ ਨਾ ਮੁੱਕਣ ਵਾਲਾ ਹੋਵੇ। ਉਹਦੇ ਕੋਲੇ ਨਾ ਮੁੱਕਣ ਵਾਲਾ ਨਾਮ ਧਨ ਹੁੰਦਾ, ਤੋਟ ਨਾ ਹੋਏ, ਅਤੇ ਉਹਨੂੰ ਕਦੇ ਇਸ ਦੀ ਕਮੀ ਨਹੀਂ ਹੁੰਦੀ। ਨਾਮ ਨੂੰ ਜਿੰਨਾ ਵੰਡੀਏ ਉਨਾ ਹੀ ਵੱਧਦਾ ਹੈ। ਸੰਸਾਰਿਕ ਧਨ ਨੂੰ ਤੁਸੀਂ ਵੰਡੋਗੇ ਮੁੱਕ ਜਾਏਗਾ, ਨਾਮ ਧਨ ਨੂੰ ਵੰਡੋਗੇ, ਧਰਮ ਕਹਿੰਦੇ ਇਹ 'ਚ ਵਾਧਾ ਹੁੰਦਾ, ਇਹ 'ਚ ਵਾਧਾ ਹੁੰਦਾ। ਸੋ ਇਹਦੀ ਕਦੇ ਤੋਟ ਹੀ ਕਮੀ ਹੀ ਨਹੀਂ ਆਉਂਦੀ। ਫਿਰ ਜਿਹਦੇ ਕੋਲ ਨਾਮ ਧਨ ਹੁੰਦਾ, ਇੱਥੇ ਸਦਾ ਸੁੱਖ, ਇੱਥੇ ਹੁਣ ਸਦਾ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਦਰ ਸੋਭਾ ਹੋਈ ਅਤੇ ਪਰਮਾਤਮਾ ਦਰ 'ਤੇ ਵਡਿਆਈ ਮਿਲਦੀ ਹੈ। ਇੱਥੇ ਸੁੱਖ ਮਿਲਦਾ ਹੈ, ਪਰਮਾਤਮਾ ਦਰ 'ਤੇ ਵਡਿਆਈ ਮਿਲਦੀ ਹੈ। ਕਿਉਂਕਿ ਸੁੱਖ ਨਾਹੀ ਰੇ ਹਰ ਨਾਮ ਬਿਨ। ਸੋ ਜਿਹਦੇ ਕੋਲ ਨਾਮ ਧਨ ਹੁੰਦਾ, ਉਹ ਬੰਦਾ ਸੁਖੀ ਹੁੰਦਾ। ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ। ਹੇ ਮੇਰੇ ਮਨਾ, ਤੂੰ ਕੋਈ ਭਰਮ ਨਾ ਕਰ, ਸਗੋਂ ਗੁਰੂ ਦੀ ਸੇਵਾ ਕਰਕੇ ਅੰਮ੍ਰਿਤ ਰਸ ਪੀਜੈ। ਤੂੰ ਇਹ ਨਾਮ ਰਸ ਨੂੰ ਪੀ। ਨਾਮ ਜਪਦੇ ਜਪਦੇ ਇਹਦੇ ਵਿੱਚ ਰਸ ਹੁੰਦਾ ਹੈ। ਕਹਿੰਦੇ ਤੂੰ ਨਾਮ ਰਸ ਨੂੰ ਪੀ, ਭਰਮ ਨਾ ਕਰ ਵੀ ਪਤਾ ਨਾਮ ਰਸ ਪ੍ਰਾਪਤ ਹੋਵੇਗਾ ਕਿ ਨਹੀਂ ਹੋਵੇਗਾ। ਗੁਰੂ ਰਾਹੀਂ ਜਾਂ ਗੁਰੂ ਦੀ ਸੇਵਾ ਕਰਦਾ ਰਹਿ, ਫਿਰ ਤੇ ਨਾਮ ਰਸ ਦੀ ਪ੍ਰਾਪਤੀ ਕਰ। ਰਹਾਓ ਸਤਿਗੁਰ ਸੇਵੇਂ ਸੇ ਮਹਾਂਪੁਰਖ ਸੰਸਾਰੇ। ਜਿਹੜੇ ਗੁਰੂ ਦੀ ਸੇਵਾ ਕਰਦੇ ਹਨ, ਉਹ ਸੰਸਾਰ 'ਚ ਮਹਾਂਪੁਰਖ ਬਣ ਜਾਂਦੇ ਨੇ। ਸਤਿਗੁਰ ਸੇਵੇਂ ਸੇ ਮਹਾਂਪੁਰਖ ਸੰਸਾਰੇ। ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਉਹ ਸੰਸਾਰ ਵਿੱਚ ਮਹਾਂਪੁਰਖ ਹੋ ਜਾਂਦੇ ਨੇ, ਸੰਤ ਮਹਾਤਮਾ ਬਣ ਜਾਂਦੇ ਨੇ। ਉਹ ਫਿਰ ਕੀ ਕਰਦੇ ਨੇ, ਆਪ ਉਧਰੇ, ਉਹਨਾਂ ਆਪਣਾ ਤੇ ਉਹਨਾਂ ਦਾ ਪਾਰ ਉਤਾਰਾ ਹੋ ਹੀ ਜਾਂਦਾ। ਕੁਲ ਸਗਲ ਨਿਸਤਾਰੇ, ਉਹ ਸਾਰੇ ਕੁਲਾਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ। ਸਾਰੇ ਖਾਨਦਾਨ ਆਪਣਾ, ਸਾਰੇ ਖਾਨਦਾਨ ਦਾ ਉਹ ਪਾਰ ਉਤਾਰਾ ਕਰ ਦਿੰਦੇ। ਹਰ ਕਾ ਨਾਮ ਰੱਖੈਂ ਔਰ ਤਾਰੇ। ਔਰ ਉਹਦਾ ਹਿਰਦਾ ਤਾਰੇ ਟਿਕਾ ਕੇ ਰੱਖਣਾ। ਉਹ ਹਰੀ ਦਾ ਨਾਮ ਹਿਰਦੇ 'ਚ ਵਸਾ ਕੇ ਰੱਖਦੇ ਨੇ। ਅਜੇ ਸਾਡੇ ਮਨ 'ਚ ਪਰਮਾਤਮਾ ਨਾਮ ਵਸਿਆ ਨਹੀਂ ਹੈ, ਇਸ ਲਈ ਸਾਨੂੰ ਕਈ ਘੰਟੇ ਭੁੱਲਿਆ ਰਹਿੰਦਾ ਹੈ। ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਗਿਆ, ਫਿਰ ਉਹਨੇ ਕਦੇ ਭੁੱਲਣਾ ਹੀ ਨਹੀਂ ਹੈ। ਹਰ ਕਾ ਨਾਮ ਰੱਖੈਂ ਔਰ ਧਾਰੇ। ਉਹ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਦੇ, ਵਸਾ ਕੇ ਰੱਖਦੇ। ਨਾਮ ਰਤੇ ਭੌਜਲ ਉਤਰਹਿ ਪਾਰੇ। ਜਿਹੜੇ ਨਾਮ 'ਚ ਰੰਗੇ ਜਾਂਦੇ ਨੇ, ਉਹ ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦੇ। ਕੱਲ੍ਹ ਵੀ ਦੱਸਿਆ ਸੀ ਵੀ ਸੰਸਾਰ ਸਮੁੰਦਰ ਜਾਂ ਭਵ ਸਾਗਰ ਇੱਕੋ ਹੀ ਗੱਲ ਹੈ। ਭਾਵ ਬੁਰਾਈਆਂ ਜਿਹੜੇ ਨਾਮ 'ਚ ਰੰਗੇ ਜਾਂਦੇ ਨੇ, ਉਹ ਸੰਸਾਰਿਕ ਬੁਰਾਈਆਂ ਤੋਂ ਬਚ ਜਾਂਦੇ ਨੇ, ਇਸ ਲਈ ਪਾਰ ਉਤਰ ਜਾਂਦੇ ਨੇ। ਜੇ ਬੁਰਾਈਆਂ 'ਚ ਫਸ ਗਏ, ਫਿਰ ਤਾਂ ਡੁੱਬਣਾ ਹੀ ਡੁੱਬਣਾ ਹੈ, ਫਿਰ ਤਾਂ ਡੁੱਬਣਾ ਹੀ ਡੁੱਬਣਾ। ਅੱਜ ਮੈਂ ਸੰਥਿਆ ਦੇ ਰਹੇ ਸੋਚਾਇਆ ਸੀ, ਜਿਉਂ ਸੰਗ ਬਿਸੀਰ ਕਾ ਹੈ ਰੇ ਤਿਉਂ ਪਰ ਗ੍ਰਹਿ। ਜਿਵੇਂ ਸੱਪ ਦੀ ਸੰਗਤ ਕਰੀਏ, ਐਂ ਬਗਾਨੀ ਜਨਾਨੀ ਦੀ ਸੰਗਤ। ਜਿਵੇਂ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਹੈ, ਇਸ ਤਰ੍ਹਾਂ ਬਗਾਨੀ ਔਰਤ ਤੋਂ ਵੀ ਕਦੇ ਸਾਨੂੰ ਨੁਕਸਾਨ ਹੋ ਸਕਦਾ ਹੈ। ਕਹਿੰਦੇ ਇਹਨਾਂ ਦੋਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਬਗਾਨੀ ਔਰਤ ਦੀ ਸੰਗਤ ਕਰਨਾ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਸੱਪ ਦੀ ਕੋਈ ਸੰਗਤ ਕਰੇ, ਅਤੇ ਸੱਪ ਦਾ ਕੰਮ ਤੇ ਡੰਗ ਮਾਰਨਾ, ਉਹਨੇ ਪਿਆਰ ਤੇ ਕਰਨਾ ਨਹੀਂ ਹੈਗਾ। ਇਸ ਲਈ ਧਾਰਮਿਕ ਬੰਦੇ ਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਹੈ। ਕਿਉਂ ਕਈ ਵਾਰੀ ਮੈਂ ਦੇਖਿਆ ਛੜਯੰਤਰ ਰਚਦੇ ਨੇ। ਕੋਈ ਸੰਤ ਮਹਾਤਮਾ ਬੜੀ ਉਹਦੀ ਚੜ੍ਹਾਈ ਹੋ ਗਈ ਹੈ,
ਕਿਸੇ ਬੀਬੀ ਨੂੰ ਲੈਣਗੇ ਵਿਰੋਧੀ, ਵੀ ਬੋਲ ਆ ਬੀਬੀ ਆ ਲੈ 1 ਕਰੋੜ ਰੁਪਈਆ, ਤੂੰ ਪੁਰਾਣੇ ਸੰਤ ਦੀ ਸੇਵਾ ਕਰਨ ਲੱਗ ਜਾ। ਸੇਵਾ ਕਰਦੀ ਕਰਦੀ ਹੋ ਨੇੜੇ 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 ਹੋਈ ਜਾਈ। ਇੱਕ ਦਿਨ ਉਹਦੇ ਨਾਲ ਸਰੀਰਕ ਸੰਗਤ ਕਰ ਲਈ, ਉਹ ਤੋਂ ਬਾਅਦ ਅਸੀਂ ਜਾਣੀ ਸਾਡਾ ਕੰਮ ਜਾਣਾ। ਜਦੋਂ ਸੰਤ ਨੇ ਸਰੀਰਕ ਸੰਗਤ ਕੀਤੀ, ਉਹਨੂੰ ਫਿਰ ਥਾਣੇ ਲੈ ਦੇ ਕੁੜੀ ਨੂੰ, ਵੀ ਥਾਣੇ ਸ਼ਿਕਾਇਤ ਲਿਖਾ ਦੇ ਵੀ ਇਹਨੇ ਮੇਰੇ ਨਾਲ ਬਲਾਤਕਾਰ ਕੀਤਾ। ਉਹ ਜਦੋਂ ਮੁਆਇਨਾ ਡਾਕਟਰੀ ਮੁਆਇਨਾ ਹੁੰਦਾ ਉਹ 'ਚ ਆ ਜਾਂਦਾ, ਹਾਂਜੀ ਬਲਾਤਕਾਰ ਹੋਇਆ ਜੀ, ਆ ਜਾਓ ਬਾਬੇ ਚੱਲ ਫੜ ਕੇ ਅੰਦਰ ਕਰ ਦਿਓ, ਫਿਰ ਜਾ। ਇਸ ਤਰ੍ਹਾਂ ਵੀ ਹੁੰਦਾ। ਇਸ ਲਈ ਜਿਹੜੇ ਸੰਤ ਮਹਾਤਮਾ ਡੇਰਿਆਂ 'ਤੇ ਮੈਂ ਦੇਖਿਆ, ਕਦੇ ਵੀ ਕਿਸੇ ਔਰਤ ਨੂੰ ਇਕੱਲਿਆਂ ਨਹੀਂ ਮਿਲਦੇ ਨਾ, ਹਮੇਸ਼ਾ ਕੋਈ ਨਾ ਕੋਈ ਉਹਨਾਂ ਸੇਵਕ ਨਾਲ ਹੁੰਦਾ। ਮੈਂ ਕਿੰਨੇ ਵਾਰ ਗਿਆ ਇੱਥੇ ਲਾਹੌਰਾ ਸਾਹਿਬ, ਸੰਤ ਸੁਖਦੇਵ ਸਿੰਘ ਕਦੇ ਵੀ ਕਿਸੇ ਔਰਤ ਨੂੰ ਇਕੱਲਿਆਂ ਨਹੀਂ ਸੀ ਮਿਲਦਾ। ਉਹਨਾਂ 1-2 ਸੇਵਕ ਉਹਨਾਂ ਦੇ ਕੋਲ ਹੁੰਦੇ ਸਨ, ਫਿਰ ਬੀਬੀਆਂ ਮਿਲਦੀਆਂ ਸਨ, ਇਕੱਲੇ ਨਹੀਂ ਸੀ ਮਿਲਦੇ। ਵੀ ਇਹਨਾਂ ਦਾ ਕੀ ਹੈ, ਬਾਹਰ ਜੀ ਰੌਲਾ ਪਾ ਦੇਂਗੇ, ਬਾਬੇ ਮੈਨੂੰ ਫੜਦੇ ਨੇ ਜੀ, ਬਾਬੇ ਮੈਨੂੰ ਇਹ ਕਰਦੇ ਉਹ ਕਰਦੇ ਨਾ। ਇਹ ਬੜਾ ਇਹਨਾਂ ਤੋਂ ਖਿਆਲ ਰੱਖਣਾ ਪੈਂਦਾ। ਇਹਨਾਂ ਦੀ ਸੰਗਤ ਨੂੰ ਐ ਸਮਝਣਾ ਵੀ ਇਹ ਸਪਣੀਆਂ ਨੇ, ਇਹ ਕਿਸੇ ਵੇਲੇ ਵੀ ਡੰਗ ਮਾਰ ਸਕਦੇ, ਸਾਵਧਾਨ ਰਹਿਣਾ। ਸੋ ਤਾਂ ਮੈਂ ਕੱਲ੍ਹ ਵੀ ਕਿਹਾ ਸੀ ਵੀ 3 ਚੀਜ਼ਾਂ ਬੰਦੇ ਦਾ ਨੁਕਸਾਨ ਕਰ ਸਕਦੀ ਕਿਸੇ ਵੇਲੇ ਵੀ। ਇੱਕ ਹਰਾਮ ਦੀ ਕਮਾਈ, ਦੂਜਾ ਨਸ਼ੇ, ਤੀਸਰਾ ਬੇਗਾਨੀ ਜਨਾਨੀ ਦੀ ਸੰਗਤ। ਸੋ ਇਹਨਾਂ ਤਿੰਨਾਂ ਤੋਂ ਬਚ ਕੇ ਰਹਿਣਾ ਹੈ। ਬੇਗਾਨੀ ਔਰਤ ਨਾਲ ਕਦੇ 10ਵੇਂ ਪਾਤਸ਼ਾਹ ਵੀ ਕਹਿੰਦੇ ਨੇ ਬਈ ਸੁਪਨੇ 'ਚ ਵੀ ਬੇਗਾਨੀ ਜਨਾਨੀ ਦੇ ਬੈੱਡ 'ਤੇ ਨਹੀਂ ਜਾਣਾ, ਸੁਪਨੇ 'ਚ ਵੀ। ਸੋ ਨੁਕਸਾਨ ਹੋ ਸਕਦਾ ਹੁੰਦਾ, ਇਸ ਲਈ ਬਾਣੀ ਸਾਨੂੰ ਸਾਵਧਾਨ ਕਰਦੀ ਰਹਿੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨਾਮ ਰਤੇ ਪੌਜਲ ਉਤਰਹਿ ਪਾਰੇ, ਜਿਹੜੇ ਨਾਮ 'ਚ ਰੰਗੇ ਜਾਂਦੇ ਨੇ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦੇ ਨੇ। ਨਹੀਂ ਤਾਂ ਦੂਜੇ ਫਿਰ ਬੁਰਾਈਆਂ 'ਚ ਫਸ ਜਾਂਦੇ ਨੇ, ਇਸ ਭਾਵ ਸਾਗਰ ਦੇ ਵਿੱਚ ਡੁੱਬ ਜਾਂਦੇ ਹਨ। ਅੱਗੇ ਕਹਿੰਦੇ ਸਤਿਗੁਰ ਸੇਵੈ ਸਦਾ ਮਨ ਦਾਸਾ, ਦਾਸ ਭਾਵਨਾ ਰੱਖ ਕੇ ਜਿਹੜੇ ਗੁਰੂ ਦੀ ਸੇਵਾ ਕਰਦੇ ਹਨ, ਦਾਸ ਭਾਵਨਾ ਲਿਆਉਣੀ ਹੈ। ਨੌਕਰ ਤੇ ਦਾਸ ਵਿੱਚ ਫਰਕ ਹੈ, ਜ਼ਮੀਨ ਅਸਮਾਨ ਦਾ ਖਿਆਲ ਰੱਖਣਾ। ਨੌਕਰ ਜਿਹੜਾ ਤੁਸੀਂ ਉਹਨੂੰ ਕੁਝ 2 ਸ਼ਬਦ ਕਹਿ ਦਿਓ ਅਪਸ਼ਬਦ, ਉਹ ਛੱਡ ਜਾਏਗਾ ਤੁਹਾਨੂੰ, ਮੇਰਾ ਹਿਸਾਬ ਕਰੋ ਜੀ ਮਹੀਨਿਆਂ ਤੋਂ ਤੁਹਾਡੇ ਨੌਕਰ। ਜਿਹੜਾ ਦਾਸ ਹੁੰਦਾ ਹੈ ਉਹਨੂੰ ਆਪਣੇ ਅੰਦਰ ਹਉਮੈ ਮਾਰਨੀ ਪੈਂਦੀ ਕਿ ਜਿਹਦੀ ਮੈਂ ਸੇਵਾ ਕਰਦਾ ਉਹ ਚਾਹੇ ਮੈਨੂੰ ਝਿੜਕੇ, ਚਾਹੇ ਕੁਝ ਦੁਰਕਾਰੇ, ਜੋ ਮਰਜ਼ੀ ਕਰੇ, ਮੈਂ ਮਹਿਸੂਸ ਨਹੀਂ ਕਰਨਾ। ਉਹ ਮਨ 'ਚ ਦਾਸ ਭਾਵਨਾ ਰੱਖਦਾ ਹੈ, ਮੈਂ ਤਾਂ ਦਾਸ ਹਾਂ। ਨੌਕਰ ਤੇ ਦਾਸ 'ਚ ਆਹੀ ਫਰਕ ਹੁੰਦਾ। ਦਾਸ ਐਂ ਸਮਝੋ ਜਿਵੇਂ ਆਪਾਂ ਕਿਸੇ ਨੂੰ ਖਰੀਦ ਲਿਆ। ਪੁਰਾਣੇ ਜ਼ਮਾਨੇ 'ਚ ਲੋਕ ਮੰਡੀਆਂ 'ਚ ਵਿਕਦੇ ਸਨ, ਬੱਚੇ ਵੀ, ਔਰਤਾਂ ਵੀ, ਬੰਦੇ ਵੀ। ਮੰਡੀਆਂ ਲੱਗਦੀਆਂ ਸਨ। ਅਮਰੀਕਾ ਜਿਹੜਾ ਐਡਾ ਵੱਡਾ ਡਿਵੈਲਪਡ ਦੇਸ਼ ਹੈ, ਇੱਥੇ ਵੀ ਮੰਡੀਆਂ ਲੱਗਿਆ ਕਰਦੇ ਸੀ। ਇਹ ਤਾਂ ਅਬਰਾਹਮ ਲਿੰਕਨ ਜਦੋਂ ਬਣੇ ਰਾਸ਼ਟਰਪਤੀ, ਉਹ ਕਹਿੰਦੇ ਵੀ ਇਹ ਕੀ ਬਕਵਾਸ ਵਾ, ਇਹ ਬੰਦੇ ਜਨਾਨੀਆਂ ਬੱਚੇ ਵਿਕਦੇ ਨੇ ਬਾਜ਼ਾਰਾਂ 'ਚ। ਉਹਨੇ ਬੰਦ ਕਰਤਾ। ਜਿਹੜੇ ਖਰੀਦਣ ਵਾਲੇ ਸਨ ਉਹ ਅਬਰਾਹਮ ਲਿੰਕਨ ਦੇ ਵਿਰੋਧੀ ਹੋ ਗਏ, ਵਿਰੋਧੀ ਹੋ ਗਏ। ਉਹਨਾਂ ਛੜਯੰਤਰ ਰਚ ਕੇ ਅਬਰਾਹਮ ਲਿੰਕਨ ਨੂੰ ਮਰਵਾਤਾ। ਪਰ ਉਹ ਇਹ ਗੁਲਾਮ ਦੀ ਪ੍ਰਥਾ ਜਿਹੜੇ ਖਤਮ ਕਰਕੇ, ਨਹੀਂ ਤਾਂ ਅਮਰੀਕਾ ਦੇ ਵਿੱਚ ਖਰੀਦ ਲੈਂਦੇ ਸਨ ਅਤੇ ਉਹਨਾਂ ਨੂੰ ਗੁਲਾਮ ਬਣਾ ਲੈਂਦੇ ਸਨ। ਬਸ ਉਹਨੂੰ ਗੁਲਾਮ ਦਾਸ ਵੀ ਹੁਣ ਤੇਰੀ ਕੋਈ ਮਰਜ਼ੀ ਨਹੀਂ। ਆਪਾਂ ਜੇ ਮੱਝ ਗਾਂ ਖਰੀਦ ਲਈਏ ਅਤੇ ਆਪਾਂ ਜੋ ਉਹਨੂੰ ਖਾਣ ਨੂੰ ਦੇਵਾਂਗੇ ਵਿਚਾਰੀ ਉਹੀ ਖਾਏਗੀ, ਜੋ ਪੀਣ ਨੂੰ ਦੇ ਉਹੀ ਪੀਏਗੀ। ਆਪਣੀ ਮਰਜ਼ੀ ਨਹੀਂ ਕਰ ਸਕਦੀ। ਪਸ਼ੂ ਆਪਣੀ ਮਰਜ਼ੀ ਨਹੀਂ ਕਰ ਸਕਦਾ, ਮਾਲਕ ਦੀ ਮਰਜ਼ੀ ਹੈ। ਇਸ ਤਰ੍ਹਾਂ ਦਾਸ ਭਾਵਨਾ ਜਿਹੜੀ ਹੈ, ਇੱਥੇ ਆਪਣੀ ਮਰਜ਼ੀ ਖਤਮ ਹੋ ਜਾਂਦੀ ਹੈ, ਮਾਲਕ ਦੀ ਮਰਜ਼ੀ ਚੱਲਦੀ ਹੈ। ਸੋ ਨਾ ਕਹਿੰਦੇ
ਸਤਿਗੁਰ ਸੇਵੈ ਸਦਾ ਮਨ ਦਸ। ਮਨ 'ਚ ਦਾਸ ਭਾਵਨਾ ਰੱਖਦੇ ਨੇ ਗੁਰੂ ਦੀ ਸੇਵਾ ਕਰਦੇ ਹੋਏ। ਫਿਰ ਕੀ ਕਰਦੇ ਆ? ਹਉਮੈ ਮਾਰ ਕਮਲ ਪ੍ਰਗਸ। ਉਹ ਆਪਣੇ ਅੰਦਰ ਹਉਮੈ ਨੂੰ ਖਤਮ ਕਰ ਲੈਂਦੇ ਨੇ ਅਤੇ ਕਮਲ ਦਾ ਮਨ, ਅਤੇ ਉਹਨਾਂ ਦਾ ਮਨ ਖਿੜ ਉੱਠਦਾ ਹੈ। ਜੇ ਫੁੱਲ ਖਿੜ ਜਾਂਦਾ ਹੈ, ਉਹਨਾਂ ਦਾ ਮਨ ਖਿੜ ਜਾਂਦਾ, ਖੁਸ਼ ਹੋ ਜਾਂਦਾ। ਅਨਹਦ ਵਾਜੈ ਨਿਜ ਘਰ ਵਸ। ਉਹਦੇ ਅੰਦਰ ਅਨਹਦ ਨਾਦ ਵੱਜਣ ਲੱਗ ਜਾਂਦਾ, ਅੰਦਰ ਰੱਬੀ ਸੰਗੀਤ ਵੱਜਣ ਲੱਗ ਜਾਂਦਾ। ਨਿਜ ਘਰ ਵਸ, ਅਤੇ ਉਹਨੂੰ ਪਰਮਾਤਮਾ ਦੇ ਦਰ 'ਤੇ ਨਿਵਾਸ ਮਿਲ ਜਾਂਦਾ। ਨਿਜ ਘਰ, ਉਹ ਘਰ ਜੋ ਪਰਮਾਤਮਾ ਦਾ ਘਰ ਹੈ, ਅਸਲ 'ਚ ਉਹੀ ਸਾਡਾ ਘਰ ਹੈ। ਅਸੀਂ ਉੱਥੇ ਹੀ ਜਾਣਾ ਹੈ ਅਤੇ ਉੱਥੋਂ ਹੀ ਆਏ ਸੀ। ਅਸੀਂ ਪਰਮਾਤਮਾ ਤੋਂ ਹੀ ਵਿਛੜ ਕੇ ਆਏ ਹਾਂ ਅਤੇ ਅਖੀਰ ਨੂੰ ਪਰਮਾਤਮਾ ਨਾਲ ਹੀ ਮਿਲਣਾ ਹੈ। ਅਸੀਂ ਦੁਖੀ ਹਾਂ ਕਿਉਂਕਿ ਅਸੀਂ ਵਿਛੜੇ ਹੋਏ ਹਾਂ, ਪਰ ਸਾਨੂੰ ਪਤਾ ਨਹੀਂ ਹੈ। ਅਸੀਂ ਪਰਮਾਤਮਾ ਦੇ ਵਿਛੜੇ ਹੋਏ ਹਾਂ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ ਹੈ, ਪਰ ਸਾਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਵਿਛੜੇ ਹੋਏ ਹਾਂ, ਇਸ ਲਈ ਦੁਖੀ ਹਾਂ। ਅਸੀਂ ਦੁਖੀ ਹਾਂ, ਉਹਦਾ ਹੱਲ ਲੱਭਦੇ ਫਿਰਦੇ ਹਾਂ। ਵਿਛੋੜੇ 'ਚ ਹਮੇਸ਼ਾ ਹੀ ਦੁੱਖ ਹੁੰਦੇ, ਤੁਹਾਨੂੰ ਸਾਰਿਆਂ ਨੂੰ ਪਤਾ। ਤੁਹਾਡਾ ਧੀ ਪੁੱਤਰ ਤੁਹਾਡੇ ਤੋਂ ਵਿਛੜ ਜੇ, ਹੁੰਦਾ ਨਾ ਦੁੱਖ। ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਇਸ ਲਈ ਅਸੀਂ ਦੁਖੀ ਹਾਂ, ਪਰ ਸਾਨੂੰ ਇਹ ਪਤਾ ਨਹੀਂ ਹੈ, ਇਸ ਲਈ ਸਾਨੂੰ ਕੋਈ ਹੱਲ ਨਹੀਂ ਲੱਭਦਾ ਆਪਣੇ ਦੁੱਖ ਦਾ। ਬਾਣੀ ਕਹਿੰਦੀ ਹੈ ਤੁਸੀਂ ਨਾਮ ਜਪੋ ਅਤੇ ਮੁੜ ਕੇ ਪਰਮਾਤਮਾ ਨੂੰ ਮਿਲ ਪਾਓ। ਦੇਖੋ, ਕਹਿੰਦੇ ਤੁਸੀਂ ਨਾਮ ਜਪੋ, ਫਿਰ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ। ਜਦੋਂ ਮਿਲ ਪਾਓਗੇ ਫਿਰ ਸੁੱਖ ਆਨੰਦ ਹੈ, ਫਿਰ ਸੁੱਖ ਆਨੰਦ। ਇਹਨੂੰ ਅੰਦਰ ਲਾ ਦਈਏ, ਬਾਹਰ ਨਾ ਹੋਇਆ, ਠੀਕ ਹੈ। ਅੰਦਰਲੀ ਸੁੱਚ 'ਤੇ ਲਾ ਦੇ। ਫਿਰ ਬੰਦ ਹੋ ਗਈ। ਹਾਂਜੀ, ਅਨਹਦ ਵਾਜੈ ਨਿਜ ਘਰ ਵਸ। ਅੰਦਰ ਅਨਹਦ ਨਾਦ ਵੱਜਦਾ ਹੈ ਅਤੇ ਫਿਰ ਬੰਦ ਹੋ ਗਿਆ। ਆ ਜਾਏਗੀ ਫਿਰ ਠੀਕ। ਅਨਹਦ ਵਾਜੈ ਨਿਜ ਘਰ ਵਸ। ਅੰਦਰ ਅਨਹਦ ਨਾਦ ਵੱਜਣ ਲੱਗ ਜਾਂਦਾ ਹੈ ਅਤੇ ਮਨੁੱਖ ਦਾ ਜਿਹੜਾ ਹੈ ਸਰੀਰ ਤਿਆਗਣ ਤੋਂ ਬਾਅਦ ਨਿਜ ਘਰ ਪਰਮਾਤਮਾ ਦੇ ਘਰ 'ਚ ਵਾਸ ਹੋ ਜਾਂਦਾ, ਕਿਉਂਕਿ ਅਸੀਂ ਪਰਮਾਤਮਾ ਤੋਂ ਹੀ ਵਿਛੜੇ ਹਾਂ। ਪਹਿਲੀ ਵਾਰੀ ਅਸੋ ਜਦੋਂ ਜੀਵ ਬਣੇ, ਇਸ ਲਈ ਸਾਨੂੰ ਪਰਮਾਤਮਾ ਦੀ ਅੰਸ਼ ਕਹਿੰਦੇ ਨੇ, ਕਿਉਂਕਿ ਉਹਦੀ ਅੰਸ਼ ਹਾਂ, ਉਸੇ ਤੋਂ ਹੀ ਅਲੱਗ ਹੋਏ ਹਾਂ। ਫਿਰ ਅੱਡ ਹੋ ਕੇ ਸਾਡੇ ਅੰਦਰ ਹਉਮੈ ਪੈਦਾ ਹੋ ਗਈ। ਹਉਮੈ ਪੈਦਾ ਹੋਣ ਕਰਕੇ ਅਸੀਂ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰਤੇ। ਜਿਉਂ-ਜਿਉਂ ਮਨਮਰਜ਼ੀ ਕਰਦੇ ਗਏ ਤਿਉਂ ਤੋਂ ਪਰਮਾਤਮਾ ਤੋਂ ਦੂਰ ਹੁੰਦੇ ਗਏ। ਜਿਉਂ-ਜਿਉਂ ਪਰਮਾਤਮਾ ਤੋਂ ਦੂਰ ਹੁੰਦੇ ਗਏ ਤਿਉਂ ਤੋਂ ਦੁਖੀ ਹੁੰਦੇ ਗਏ, ਕਿਉਂ ਦੁਖੀ ਹੁੰਦੇ। ਧਰਮ ਇਹ ਕਹਿੰਦਾ ਹੈ ਕਿ ਤੁਸੀਂ ਪਰਮਾਤਮਾ ਨੂੰ ਮਿਲੋ, ਫਿਰ ਤੁਸੀਂ ਅਸਲ 'ਚ ਸੁਖੀ ਹੋ ਸਕਦੇ ਹੋ। ਤਾਂ ਕਹਿੰਦੇ ਨਾਮ ਰਤੇ ਕਰ ਮਾਹੇ ਉਦਸ। ਜਿਹੜੇ ਨਾਮ 'ਚ ਰੰਗੇ ਜਾਂਦੇ ਨੇ ਉਹ ਆਪਣੇ ਘਰ ਪਰਿਵਾਰ 'ਚ ਰਹਿੰਦੇ ਹੋਏ ਉਦਾਸ ਨੇ, ਭਾਵ ਨਿਰਲੇਪ ਨੇ। ਇੱਕ ਤਾਂ ਉਦਾਸੀ ਸਾਧੂ ਨੇ ਜਿਹੜੇ ਘਰ ਬਾਰ ਛੱਡ ਜਾਂਦੇ ਨੇ, ਘਰ ਬਾਰ ਛੱਡ ਕੇ ਅਸੀਂ ਉਦਾਸੀ ਸਾਧੂ ਹਾਂ। ਸਿੱਖ ਧਰਮ ਕਹਿੰਦਾ ਇਸ ਤਰ੍ਹਾਂ ਨਹੀਂ ਹੈਗਾ। ਤੁਸੀਂ ਘਰ ਵਿੱਚ ਰਹਿੰਦਿਆਂ ਹੀ ਉਦਾਸ ਹੋਣਾ, ਪਰ ਘਰ ਵਿੱਚ ਰਹਿੰਦਿਆਂ ਹੀ ਮੋਹ ਤਿਆਗਣਾ ਹੈ। ਘਰ ਤਿਆਗਣ ਦੀ ਲੋੜ ਨਹੀਂ, ਪਰਿਵਾਰ ਤਿਆਗਣ ਦੀ ਲੋੜ ਨਹੀਂ।
ਕੱਪੜੇ ਤਿਆਗਣ ਦੀ ਲੋੜ ਨਹੀਂ, ਇਹਨਾਂ ਦਾ ਮੋਹ ਛੱਡਣਾ। ਬੰਦਾ ਮੋਹ ਕਾਰਨ ਦੁਖੀ ਹੈ, ਚੀਜ਼ਾਂ ਕਰਕੇ ਦੁਖੀ ਨਹੀਂ ਹੈ, ਮੋਹ ਕਾਰਨ ਦੁਖੀ। ਇਸ ਲਈ ਜਿਹੜੇ ਨਾਮ 'ਚ ਰੰਗੇ ਹੁੰਦੇ ਨੇ ਉਹ ਆਪਣੇ ਪਰਿਵਾਰ 'ਚ ਰਹਿੰਦੇ ਹੀ ਉਦਾਸ ਹਨ, ਨਿਰਲੇਪ ਹਨ। ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ। ਜਿਹੜੇ ਗੁਰੂ ਦੀ ਸੇਵਾ ਕਰਦੇ ਰਹਿੰਦੇ ਉਹਨਾਂ ਦੀ ਬਾਣੀ ਵੀ ਸੱਚੀ, ਜੋ ਬੋਲਦੇ ਨੇ ਸੱਚ ਹੋ ਜਾਂਦਾ ਹੈ, ਜੋ ਬੋਲਦੇ ਨੇ ਉਹ ਸੱਚ ਹੋ ਜਾਂਦਾ ਹੈ। ਜਿਹੜੇ ਸੇਵਾ ਕਰਦੇ ਰਹਿੰਦੇ ਨੇ ਪ੍ਰਭਾਵ ਸਤਿਗੁਰੂ ਦੀ, ਕਿਉਂ? ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਇਸ ਕਰਕੇ ਫਿਰ ਜੋ ਬੋਲਦੇ ਨੇ ਉਹ ਸੱਚ ਹੋ ਜਾਂਦਾ, ਉਹਨਾਂ ਦੀ ਬਾਣੀ ਸੱਚੀ ਹੋ ਜਾਂਦੀ ਹੈ। ਜੁਗ ਜੁਗ ਭਗਤੀ ਆਖ ਵਖਾਣੀ। ਹਰ ਯੁੱਗ ਦੇ ਭਗਤਾਂ ਨੇ ਇਹ ਬਾਣੀ ਬੋਲ ਕੇ ਸੁਣਾਈ ਹੋਈ ਹੈ, ਲੋਕਾਂ ਨੂੰ ਆਖ ਕੇ ਸੁਣਾਈ ਹੋਈ ਹੈ। ਇਹਨੇ ਗੁਰੂ ਮਹਾਰਾਜ ਨੇ ਆਪ ਲਿਖ ਹੀ ਦਿੱਤੇ ਹਨ ਵੀ ਮੂੰਹ ਜ਼ਬਾਨੀ ਗੱਲਾਂ ਭੁੱਲ ਭੁਲਾ ਜਾਂਦੀਆਂ ਹਨ, ਲਿਖਤੀ ਰੂਪ 'ਚ ਲੈ ਆਂਦਾ। ਬਾਕੀ ਸੰਸਾਰ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਜਿੰਨਾ ਮਹਾਂਪੁਰਖਾਂ ਦੇ ਨੇ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਲਿਖੇ ਗਏ ਨੇ। ਉਹਨਾਂ ਦੇ ਸਰੀਰ ਤਿਆਗਣ ਤੋਂ, ਬਾਈਬਲ ਈਸਾ ਮਸੀਹ ਦੇ ਸਰੀਰ ਤਿਆਗਣ ਤੋਂ ਬਾਅਦ ਲਿਖੀ ਗਈ ਹੈ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਦੇ ਸਰੀਰ ਤਿਆਗਣ ਤੋਂ ਬਾਅਦ ਲਿਖਿਆ ਗਿਆ ਹੈ, ਇਹ ਬਾਅਦ 'ਚ ਲਿਖੇ ਗਏ। ਪਰ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਗੁਰੂ ਮਹਾਰਾਜ ਦੇ ਹੁੰਦਿਆਂ ਹੋਏ ਲਿਖਿਆ ਗਿਆ। ਇਸੇ ਹਰ ਯੁੱਗ ਜਿਹੜੇ ਭਗਤ ਨੇ ਉਹ ਇਹ ਬਾਣੀ ਨੂੰ ਆਖ ਕੇ ਵਰਣਨ ਕਰਦੇ ਹਨ। ਆਂਦੇ ਨੇ ਜਪੈ ਹਰ ਸਾਰੰਗ ਬਾਣੀ। ਉਹ ਦਿਨ ਰਾਤ ਪਰਮਾਤਮਾ ਦਾ ਜਾਪ ਕਰਦੇ ਰਹਿੰਦੇ ਹਨ। ਸਾਰੰਗ ਬਾਣੀ ਪਰਮਾਤਮਾ ਨੂੰ ਕਹਿੰਦੇ, ਅਨਦਿਨ ਦਾ ਦਿਨ ਰਾਤ, ਉਹ ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ। ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ। ਜਿਹੜੇ ਫਿਰ ਨਾਮ 'ਚ ਰੰਗੇ ਜਾਂਦੇ ਹਨ, ਨਿਹ ਕੇਵਲ ਦਾ ਪਵਿੱਤਰ, ਨਿਰਬਾਣੀ ਹੁੰਦਾ ਇੱਛਾ ਰਹਿਤ। ਉਹ ਮਨ ਦੇ ਪਵਿੱਤਰ ਹੋ ਜਾਂਦੇ ਹਨ ਅਤੇ ਇੱਛਾ ਰਹਿਤ ਹੋ ਜਾਂਦੇ। ਉਹਨਾਂ ਦੀ ਕੋਈ ਇੱਛਾ ਹੀ ਨਹੀਂ ਹੁੰਦੀ, ਕਿਉਂਕਿ ਉਹਨਾਂ ਦੀ ਇੱਛਾ ਨਹੀਂ ਹੁੰਦੀ, ਇਸ ਲਈ ਉਹ ਸੱਚਖੰਡ ਚਲੇ ਜਾਂਦੇ ਨੇ। ਅਗਰ ਸਾਡੀ ਕੋਈ ਮਰਨ ਤੋਂ ਪਹਿਲਾਂ ਇੱਛਾ ਹੈ ਤਾਂ ਸਾਨੂੰ ਦੁਬਾਰਾ ਜਨਮ ਲੈਣਾ ਪਵੇਗਾ। ਜੇ ਇੱਛਾ ਹੀ ਕੋਈ ਨਹੀਂ ਫਿਰ ਦੁਬਾਰਾ ਜਨਮ ਨਹੀਂ ਹੁੰਦਾ। ਸਾਡੀਆਂ ਇੱਛਾਵਾਂ ਹੀ ਸਾਨੂੰ ਦੁਬਾਰਾ ਜਨਮ ਦਿਲਾਉਂਦੀਆਂ ਰਹਿੰਦੀਆਂ ਹਨ। ਇਸ ਲਈ ਜਿਹੜੇ ਨਾਮ 'ਚ ਰੰਗੇ ਜਾਂਦੇ ਨਿਹ ਕੇਵਲ, ਉਹ ਮਨ ਦੇ ਪਵਿੱਤਰ ਹੋ ਜਾਂਦੇ ਹਨ, ਨਿਰਬਾਣੀ ਅਤੇ ਇੱਛਾ ਰਹਿਤ ਹੋ ਜਾਂਦੀ। ਗੌੜੀ ਗੁਆਰੇਰੀ ਮਹਿਲਾ ਤੀਜਾ। ਸਤਿਗੁਰ ਮਿਲੈ ਵਡਭਾਗ ਸੰਜੋਗ। ਹਿਰਦੈ ਨਾਮ ਨਿਤ ਹਰ ਰਸ ਭੋਗ। ਹੁਣ ਗੁਰੂ ਮਹਾਰਾਜ ਐਵੇਂ ਨਹੀਂ ਮਿਲ ਪੈਂਦੇ। ਸਤਿਗੁਰ ਮਿਲੈ ਵਡਭਾਗ ਸੰਜੋਗ, ਦੋ ਗੱਲਾਂ ਕਰਨ। ਜੇ ਵੱਡੇ ਭਾਗ ਹੋਣ ਅਤੇ ਗੁਰੂ ਮਹਾਰਾਜ ਸਾਡੇ ਕਿਸੇ ਨਾ ਕਿਸੇ ਜਨਮ ਦੇ ਸੰਯੋਗ ਹੋਣ ਤਾਂ ਗੁਰੂ ਨਾਲ ਮੇਲ ਹੁੰਦਾ, ਤਾਂ ਗੁਰੂ ਮਿਲ। ਜੇ ਭਾਗ ਹੀ ਨਹੀਂ ਚੰਗੇ ਤਾਂ ਵੀ ਗੁਰੂ ਨਾਲ ਮੇਲ ਨਹੀਂ ਹੋਣਾ, ਭਾਵੇਂ ਗੁਰੂ ਗੁਣ 'ਚ ਰਹਿੰਦਾ ਹੋਵੇ ਤਾਂ ਵੀ ਨਹੀਂ ਮਿਲ ਹੁੰਦਾ। ਜੇ ਪਿਛਲੇ ਜਨਮ ਸੰਯੋਗ ਹੀ ਨਹੀਂ ਹੈਗੇ ਤਾਂ ਵੀ ਨਹੀਂ ਮਿਲ ਹੁੰਦਾ। ਜਿਵੇਂ ਇੱਕ ਵਾਰੀ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਉਹਨੇ ਸ਼ਰਧਾਲੂ ਸੰਤ ਤੇਜਾ ਸਿੰਘ ਜੀ ਪੁੱਛਦੇ ਵੀ ਬਾਬਾ ਜੀ, ਮੰਨ ਲਓ ਇੱਕ ਸ਼ਹਿਰ ਜਾਂ ਨਗਰ ਦੇ ਵਿੱਚ 3 ਬ੍ਰਹਮ ਗਿਆਨੀ ਨੇ, ਆਪਾਂ ਨੂੰ ਤਿੰਨੇ ਕਿਉਂ ਨਹੀਂ ਚੰਗੇ ਲੱਗਦੇ? ਇੱਕ ਦਾ ਚੰਗਾ ਲੱਗਦਾ, ਕਈਆਂ ਨੂੰ ਕੋਈ ਵੀ ਨਹੀਂ ਚੰਗਾ ਲੱਗਦਾ। ਵੀ ਇਹਦਾ ਕੀ ਕਾਰਨ? ਕਹਿੰਦੇ ਜਿਹਦੇ ਨਾਲ ਪਿਛਲੇ ਜਨਮਾਂ ਦਾ ਥੋੜ੍ਹਾ ਬਹੁਤਾ ਸੰਯੋਗ ਹੁੰਦਾ ਨਾ, ਸਿਰਫ ਉਹੀ ਚੰਗਾ ਲੱਗਦਾ। ਹਾਲਾਂਕਿ ਬ੍ਰਹਮ ਗਿਆਨੀ ਤਿੰਨੋਂ ਹੀ ਨੇ, ਪਰ ਪਿਛਲੇ ਬਾਕੀ 2 ਦੇ ਨਾਲ ਸਾਡਾ ਕਦੇ ਜ਼ਿੰਦਗੀ ਮੇਲ ਹੀ ਨਹੀਂ ਹੋਇਆ। ਪਿਛਲੇ ਜਨਮਾਂ 'ਚ ਕਦੇ ਉਹਨਾਂ ਦੇ ਨੇੜੇ ਨਹੀਂ ਅਸੀਂ ਆਏ, ਕਦੇ ਉਹਨਾਂ ਦੀ ਸੰਗਤ ਨਹੀਂ ਕੀਤੀ, ਇਸ ਲਈ ਉਹ ਸੰਯੋਗ ਹੀ ਨਹੀਂ ਉਹਨਾਂ ਨਾਲ ਬਣਦੇ।
ਸੋ ਇਸ ਲਈ ਜਿਹੜਾ ਹੈ ਵੱਡੇ ਭਾਗ ਹੋਣ ਅਤੇ ਸੰਜੋਗ ਹੋਣ ਤਾਂ ਜਾ ਕੇ ਗੁਰੂ ਮਹਾਰਾਜ ਮਿਲਦੇ ਨੇ। ਫਿਰ ਜਦ ਮਿਲਦੇ ਨੇ ਫਿਰ ਕੀ ਹੁੰਦਾ? ਹਿਰਦੈ ਨਾਮ ਨਿਤ ਹਰ ਰਸ ਭੋਗ। ਫਿਰ ਜਦੋਂ ਗੁਰੂ ਮਹਾਰਾਜ ਮਿਲਦੇ ਨੇ ਫਿਰ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਂਦਾ ਅਤੇ ਇਸ ਨਾਮ ਰਸ ਨੂੰ ਫਿਰ ਉਹ ਭੋਗਦਾ ਹੈ, ਮਾਣਦਾ ਹੈ। ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ ਫਿਰ ਗੁਰੂ ਨੂੰ ਮਿਲਣ ਕਾਰਨ, ਕਿ ਗੁਰੂ ਨੇ ਫਿਰ ਨਾਮ ਦੀ ਦਾਤ ਦੇਣੀ ਹੈ। ਜਦੋਂ ਕੀਤੀ ਗੁਰੂ ਦੀ ਸੰਗਤ ਫਿਰ ਹਰ ਵਕਤ ਬੰਦਾ ਨਾਮ ਜਪਦਾ ਰਹਿੰਦਾ, ਉਹਨੂੰ ਫਿਰ ਉਸ ਦੇ ਵਿੱਚ ਰਸ ਆਉਣ ਲੱਗ ਜਾਂਦਾ। ਇਸ ਲਈ ਉਹਨਾਂ ਦੇ ਹਿਰਦੇ 'ਚ ਨਾਮ ਹੁੰਦਾ ਹੈ ਅਤੇ ਨਿਤ ਭਾਵ ਹਮੇਸ਼ਾ ਉਹ ਹਮੇਸ਼ਾ ਹਰ ਰਸ ਨੂੰ ਮਾਣਦੇ ਹਨ। ਗੁਰਮੁਖ ਪ੍ਰਾਣੀ ਨਾਮ ਹਰ ਧਿਆਏ, ਜਨਮ ਜੀਤ ਲਾਹਾ ਨਾਮ ਪਾਏ। ਜਿਹੜਾ ਗੁਰਮੁਖ ਹੁੰਦਾ, ਜਿਹੜਾ ਗੁਰੂ ਦੇ ਆਖੇ ਲੱਗਦਾ ਹੈ, ਉਹ ਕੀ ਕਰਦਾ? ਨਾਮ ਹਰ ਧਿਆਏ, ਉਹ ਪਰਮਾਤਮਾ ਦਾ ਨਾਮ ਜਪਦਾ ਹੈ। ਜਿਹੜਾ ਗੁਰਮੁਖ ਹੁੰਦਾ ਹੈ ਉਹ ਪਰਮਾਤਮਾ ਦਾ ਨਾਮ ਜਪਦਾ, ਕਿ ਉਹਨੇ ਗੁਰੂ ਦੇ ਆਖੇ ਲੱਗਣਾ ਅਤੇ ਗੁਰੂ ਕਹਿੰਦੇ ਭਾਈ ਨਾਮ ਜਪੋ। ਗੁਰੂ ਮਹਾਰਾਜ ਸਾਨੂੰ ਵਾਰੀ 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 ਕਹੀ ਜਾਣਾ, ਨਾਮ ਜਪੋ ਭਾਈ, ਨਾਮ ਜਪੋ, ਨਾਮ ਜਪੋ, ਨਾਮ ਜਪੋ। ਇਸ ਲਈ ਫਿਰ ਉਹ ਨਾਮ ਜਪਦਾ। ਮਨਮੁਖ ਹੈ, ਉਹ ਮਨ ਦੇ ਆਖੇ ਲੱਗਦਾ ਹੈ। ਇਸ ਲਈ ਪੜ੍ਹਨ ਨੂੰ ਪਤਾ ਨਹੀਂ ਨਾਮ ਹੁੰਦਾ ਕੀ ਹੈ, ਨਾ ਉਹਦਾ ਨਾਮ ਜਪਣ ਨੂੰ ਜੀ ਕਰਦਾ, ਕਿਉਂਕਿ ਮਨਮੁਖ ਹੈ, ਉਹ ਮਨ ਦੇ ਆਖੇ ਲੱਗਦਾ ਹੈ। ਇਸ ਲਈ ਕਹਿੰਦੇ ਜੀ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ। ਜਿਹੜਾ ਗੁਰਮੁਖ ਹੁੰਦਾ ਹੈ ਉਹ ਹਰੀ ਦਾ ਨਾਮ ਜਪਦਾ। ਜਨਮ ਜੀਤ ਲਾਹਾ ਨਾਮ ਪਾਏ, ਉਹ ਮਨੁੱਖਾ ਜੀਵਨ ਨੂੰ ਜਿੱਤ ਲੈਂਦਾ, ਇਹ ਬਾਜ਼ੀ ਨੂੰ ਜਿੱਤ ਲੈਂਦਾ। ਇਹ ਸਾਡੇ ਮਨੁੱਖਾ ਜੀਵਨ ਦੀ ਇੱਕ ਬਾਜ਼ੀ ਹੈ। ਇਹਦੇ ਵਿੱਚ ਅਸੀਂ ਜਿੱਤਣਾ ਹੈ, ਹਾਰਨਾ ਨਹੀਂ ਹੈ। ਜਿਵੇਂ ਟੋਕੀਓ 'ਚ ਓਲੰਪਿਕ ਦੀਆਂ ਖੇਡਾਂ ਚੱਲ ਰਹੀਆਂ ਨੇ, ਉੱਥੇ ਜਿੰਨੀਆਂ ਵੀ ਟੀਮਾਂ ਗਈਆਂ ਸਾਰੀ ਜਿੱਤਣ ਲਈ ਗਈਆਂ ਨੇ। ਹਾਲਾਂਕਿ ਅੱਧੀਆਂ ਨੇ ਤਾਂ ਹਾਰ ਹੀ ਜਾਣਾ ਹੁੰਦਾ, ਪਰ ਗਈਆਂ ਸਾਰੀ ਜਿੱਤਣ ਲਈ ਨੇ, ਵੀ ਜਿੱਤ ਕੇ ਆਉਣਾ ਹੈ। ਇਹ ਮਨੁੱਖਾ ਜੀਵਨ ਵੀ ਇਹ ਬਾਜ਼ੀ ਜਿੱਤਣ ਲਈ ਮਿਲੇ। ਇਹਨੂੰ ਕਿਵੇਂ ਜਿੱਤਿਆ ਜਾ ਸਕਦਾ? ਨਾਮ ਨਾਲ। ਜਦੋਂ ਮਨੁੱਖ ਨਾਮ ਜਪੀ ਜਾਂਦਾ ਜਪੀ ਜਾਂਦਾ, ਇਹਨੂੰ ਨਾਮ ਦਾ ਲਾਹਾ ਪ੍ਰਾਪਤ ਹੋ ਜਾਂਦਾ। ਇਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ। ਨਾਮ ਜਪਣਾ ਹੀ ਜੀਵਨ ਬਾਜ਼ੀ ਜਿੱਤਣਾ ਹੈ। ਰਹਾਓ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੇ ਵਿਰਲੇ ਚੱਖ ਡੀਠਾ। ਗੁਰ ਸ਼ਬਦ ਹੈ ਮੀਠਾ, ਜਿਹਨੂੰ ਗੁਰੂ ਦਾ ਸ਼ਬਦ ਮਿੱਠਾ ਲੱਗਦਾ, ਜਿਹਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ, ਜਿਸ ਨੂੰ ਗੁਰੂ ਦਾ ਦਿੱਤਾ ਗੁਰਮੰਤਰ ਚੰਗਾ ਲੱਗਦਾ ਹੈ, ਸਮਝੋ ਉਹਦੇ ਕੋਲ ਰੱਬੀ ਗਿਆਨ ਵੀ ਹੈ ਅਤੇ ਉਹਦੇ ਕੋਲ ਰੱਬੀ ਧਿਆਨ ਵੀ ਹੈ। ਉਹਨੂੰ ਗਿਆਨ ਵੀ ਸਮਾਂ ਪਾ ਕੇ ਪ੍ਰਾਪਤ ਹੋ ਜਾਏਗਾ ਅਤੇ ਉਹਦਾ ਧਿਆਨ ਵੀ ਲੱਗਣਾ ਸ਼ੁਰੂ ਹੋ ਜਾਏਗਾ। ਸਾਨੂੰ ਕਿਉਂਕਿ ਨਾ ਗੁਰਮੰਤਰ ਮਿੱਠਾ ਲੱਗਦਾ, ਨਾ ਬਾਣੀ ਮਿੱਠੀ ਲੱਗਦੀ, ਇਸ ਲਈ ਸਾਡਾ ਧਿਆਨ ਨਹੀਂ ਜੁੜਦਾ। ਕਈ ਆਉਣਗੇ, ਬਾਬਾ ਜੀ ਧਿਆਨ ਨਹੀਂ ਲੱਗਦਾ ਜੀ। ਮੈਂ ਭਾਈ ਇਹ ਤਾਂ ਪ੍ਰਾਪਤੀ ਹੈ, ਇਹ ਸ਼ੁਰੂ 'ਚ ਥੋੜ੍ਹਾ ਲੱਗੇਗਾ। ਸਾਡੇ ਧਿਆਨ ਨੂੰ ਆਦਤ ਪੈ ਗਈ ਹੈ ਇੱਧਰ ਉੱਧਰ ਫਿਰਨ ਦੀ। ਇਹ ਇੱਕ ਥਾਂ 'ਤੇ ਟਿਕਦਾ ਹੀ ਨਹੀਂ ਹੈਗਾ। ਅਵਾਰਾ ਕੁੱਤਾ ਹੈ, ਹੁਣ ਤੁਸੀਂ ਸੰਗਲੀ ਪਾ ਕੇ ਬੰਨ੍ਹ ਵੀ ਲਓ ਨਾ ਕਿੱਲੇ, ਫਿਰ ਉਹਦਾ ਤਮਾਸ਼ਾ ਵੇਖਣ ਵਾਲਾ ਹੁੰਦਾ। ਉਹ ਕੋਸ਼ਿਸ਼ ਕਰੇਗਾ ਵੀ ਉਹ ਰੱਸੀ ਜਾਂ ਸੰਗਲੀ 'ਚ ਆਪਣਾ ਸਿਰ ਕੱਢ ਲਏ, ਕਦੇ ਪਿੱਛੇ ਨੂੰ ਹੋਵੇਗਾ ਖਿੱਚ ਪਾਏਗਾ, ਕਦੇ ਜ਼ੋਰ ਮਾਰੇਗਾ ਟੁੱਟ ਜੇ, ਕਦੇ ਜ਼ੋਰ ਮਾਰੇਗਾ ਕਿੱਲਾ ਪਟਿਆ ਜਾਏ। ਕਿਉਂ? ਉਹ ਪਹਿਲਾਂ ਅਵਾਰਾਗਰਦੀ ਕਦੇ ਤੁਸੀਂ ਬਣਤਾ ਹੈ। ਇਸ ਲਈ ਜਦੋਂ ਤੁਸੀਂ ਪਹਿਲਾਂ ਮਨ ਅਵਾਰਾਗਰਦੀ ਕਰਦਾ ਰਿਹਾ, ਹੁਣ ਤੁਸੀਂ ਨਾਮ ਜਪਣ ਲੱਗ ਗਏ। ਇਸ ਲਈ ਪੂਰਾ ਜ਼ੋਰ ਲਾਉਂਦਾ ਵੀ ਇਹਦਾ ਮਨ ਲੱਗਣ ਹੀ ਨਾ ਦਿਓ ਤਾਂ ਮੇਰਾ ਖੜਾ ਛੁੱਟੂ। ਵੀ ਜਿਹਦਾ ਮਨ ਲੱਗੇ ਨਾ ਮੈਨੂੰ ਕੰਟਰੋਲ ਕਰ ਲੈਣਾ, ਉਹ ਆਪਣਾ ਜ਼ੋਰ ਲਾਉਂਦਾ। ਜਿਵੇਂ ਕਈ ਨੇ ਕਈ ਕਿਰਾਏਦਾਰ ਨਿਕਲਦੇ ਹੀ ਨਹੀਂ, ਫਿਰ
ਲਾਈ ਜੋ ਜ਼ੋਰ ਦੀ, ਨਿਕਲਦੀ ਨਹੀਂ ਹੈਗੀ, ਆਦਤ ਹੋ ਗਈ ਰਹਿਣ ਦੇ ਉੱਥੇ। ਇਸ ਤਰ੍ਹਾਂ ਕਈ ਵਾਰੀ ਫਿਰ ਇਹ ਆਦਤਾਂ ਪੈਂਦੀਆਂ, ਉਹ ਬਦਲਣੀਆਂ ਫਿਰ ਔਖੀ ਹੁੰਦੀ ਹੈ। ਪਰ ਜੇ ਲੱਗਾ ਰਹੇ, ਬੰਦਾ ਲੱਗਾ ਰਹੇ, ਉਹੀ ਕੁੱਤੇ ਨੂੰ ਬੰਨੀ ਰੱਖੋ, ਤੁਸੀਂ ਬੰਨੀ ਰੱਖੋ, ਰੋਟੀ ਪਾਣੀ ਪਾਈ ਜਾਓ, ਦੁੱਧ ਪਾਓ, ਜੋ ਵੀ ਹੈ, ਕੁਝ ਦਿਨਾਂ ਬਾਅਦ ਉਹੀ ਤੁਹਾਨੂੰ ਵੇਖ ਕੇ ਪੂਛ ਹਿਲਾਉਣੀ ਸ਼ੁਰੂ ਕਰ ਦੇ। ਜਦੋਂ ਤੁਹਾਨੂੰ ਵੇਖ ਕੇ ਕੁੱਤਾ ਪੂਛ ਲਾਵੇ ਨਾ, ਕਹਿੰਦਾ ਵੀ ਜੀ ਆਇਆਂ ਨੂੰ, ਤੁਹਾਨੂੰ ਜੀ ਆਇਆਂ ਨੂੰ ਕਹਿ ਰਹੇ ਆਓ ਜੀ, ਤੁਹਾਨੂੰ ਵੇਖ ਕੇ ਖੁਸ਼ ਹੋ ਰਿਹਾ ਹੈ। ਜਿਹਨੇ ਕੁੱਤੇ ਰੱਖੇ ਹੋਣਗੇ ਉਹਨੂੰ ਜ਼ਿਆਦਾ ਤਜਰਬਾ ਹੋਣਾ। ਮੈਂ ਤਾਂ ਖੈਰ ਕੁੱਤਿਆਂ ਦੇ ਹੱਕ 'ਚ ਹੀ ਨਹੀਂ। ਇਹ ਕਹਿੰਦੇ ਕਿਉਂ? ਮੈਂ ਅਸੀਂ ਆਪ ਹੀ ਕੁੱਤੇ ਹਾਂ, ਅਤੇ ਅਸੀਂ ਕੁੱਤੇ ਰੱਖ ਕੇ ਕੀ ਕਰਨਾ? ਮੈਂ ਜਾਂ ਕਹਿ ਨਹੀਂ ਕੁੱਤੇ, ਹਾਲਾਂਕਿ ਕਿਹਾ ਕੁੱਤਿਆਂ ਵਾਂਗ ਭੌਂਕਦਾ ਹੋਏ, ਫਿਰ ਕੁੱਤੇ ਹੀ ਆ ਨਾ। ਐਕਚੁਅਲੀ ਅਸੀਂ ਡੰਗਰ ਹੀ ਹਾਂ। ਉਹ ਜਾ ਗਧਿਆ, ਗਧੀ ਅਤੇ ਆ ਬਾਂਦਰ ਜਾ ਕਿੱਥੋਂ ਆ ਗਿਆ? ਜੇ ਟੱਪੇ ਕੋਈ ਨੂੰ ਕਹਿੰਦੇ ਇਹ ਬਾਂਦਰ ਵਾਂਗੂ ਟੱਪੀ ਜਾਂਦਾ। ਅਸੀਂ ਅਜੇ ਮਨੁੱਖ ਲੈਵਲ 'ਤੇ ਆਏ ਹੀ ਨਹੀਂ ਹੈਗੇ। ਮਨੁੱਖ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਇਹੀ ਕਹਿ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਦੇਖਣ ਨੂੰ ਮਨੁੱਖ ਹੈ, ਇਹਦੇ ਕੰਮ ਡੰਗਰ ਵਾਲੇ ਨੇ, ਕੰਮ ਡੰਗਰ ਵਾਲੇ। ਸੋ ਇਸ ਲਈ ਪਹਿਲਾਂ ਤਾਂ ਅਸੀਂ ਪਸ਼ੂ ਲੈਵਲ ਤੋਂ ਮਨੁੱਖ ਲੈਵਲ 'ਤੇ ਪਹੁੰਚਣਾ, ਮਨੁੱਖ ਲੈਵਲ ਤੋਂ ਫਿਰ ਦੇਵਤਾ ਲੈਵਲ 'ਤੇ ਪਹੁੰਚਣਾ, ਦੇਵਤਾ ਲੈਵਲ ਤੋਂ ਫਿਰ ਅਸੀਂ ਜਿਹੜਾ ਹੈ ਰੱਬ ਦੇ ਰੂਪ ਤੱਕ ਪਹੁੰਚਣਾ ਹੈ। ਇਹ ਸਾਡੀ ਯਾਤਰਾ ਹੈ। ਅਤੇ ਜੇ ਇਸ ਜਨਮ 'ਚ ਬੰਦੇ ਹੀ ਨਾ ਬਣੇ, ਅਗਰ ਬੰਦਾ ਬਣ ਜਾ ਬੰਦਾ, ਇਹਦਾ ਮਤਲਬ ਹੈ ਨਹੀਂ ਬੰਦੇ, ਤਾਂ ਹੀ ਵਾਲੇ ਬੰਦਾ ਬਣ ਜਾ ਬੰਦਾ, ਫਿਰ ਨਹੀਂ ਨਾ ਬੰਦੇ। ਸੋ ਇਸ ਲਈ ਪਹਿਲਾਂ ਜੇ ਇਸ ਉਮਰ 'ਚ ਬੰਦੇ ਹੀ ਬਣ ਗਏ ਨੇ, ਇਹ ਨਹੀਂ ਬੜਾ ਫਿਰ ਅਗਲਾ ਜਨਮ ਮਿਲੇਗਾ, ਉਹ 'ਚ ਫਿਰ ਚਲੋ ਉੱਪਰਲੀ ਅਵਸਥਾ ਹੋ ਜਾਏਗੀ, ਉਹਦੇ ਉੱਪਰ ਹੁੰਦੀ ਜਾਏਗੀ। ਆਲੇ ਤੁਸੀਂ ਨਿਗਾਹ ਮਾਰ ਕੇ ਵੇਖ ਲਓ, ਤੁਹਾਨੂੰ ਮਨੁੱਖ ਦੇ ਬਹੁਤ ਘੱਟ ਦਿਸਣਗੇ, ਡੰਗਰ ਹੀ ਡੰਗਰ ਦਿਸਣਗੇ। ਉਹਨਾਂ ਦਾ ਵਿਹਾਰ ਡੰਗਰਾਂ ਵਾਲਾ ਤੁਸੀਂ ਦੇਖੋ, ਬੰਦਿਆਂ ਦਾ ਵਿਹਾਰ ਹੀ ਨਹੀਂ ਉਹਨਾਂ ਦਾ ਹੈਗਾ, ਫਿਰ ਕਿਵੇਂ ਉਹਨਾਂ ਨੂੰ ਬੰਦੇ ਕਹਿ ਸਕਦੇ? ਹੁਣ ਡੰਗਰ ਦੀ ਕੀ ਆਦਤ ਹੈ? ਖੁਰਲੀ 'ਚ ਪੱਠੇ ਪਾ ਦਿਓ, ਭਰ ਦਿਓ ਖੁਰਲੀ, 4 ਡੰਗਰ ਬੰਨੇ ਹੋਏ ਨੇ। ਜਿਵੇਂ ਅਸੀਂ ਲਾਲਚੀ, ਡੰਗਰ ਵੀ ਲਾਲਚੀ। ਉਹ ਜਿਹੜੇ ਉਹਦੇ ਸਾਹਮਣੇ ਪੱਠੇ ਨੇ ਉਹ ਨਹੀਂ ਖਾਂਦਾ, ਉਹ ਨਾ ਆਪਣੀ ਬੂਥੀ ਨਾਲ ਕਦੇ ਇੱਧਰ ਲਿਆ ਨੂੰ ਐਂ ਲਿਆਉਂਦਾ, ਇੱਧਰ ਲਿਆ ਨੂੰ ਐਂ ਲਿਆਉਂਦਾ, ਵੀ ਇਹਦੇ ਵੀ ਮੈਂ ਇਕੱਠੇ ਕਰ ਲਾਂ, ਇਹਦੇ ਵੀ ਮੈਂ ਇਕੱਠੇ ਕਰ ਲਾਂ। ਉਹੀ ਬਿਰਤੀ ਸਾਡੀ ਹੈ। ਕੀ ਅਸੀਂ ਦੂਜਿਆਂ ਦਾ ਨਹੀਂ ਚਾਹੁੰਦੇ ਵੀ ਇਹਦਾ ਵੀ ਲੈ ਲਈਏ, ਇਹਦੀ ਚੀਜ਼ ਲੈ ਲਈ? ਅਸੀਂ ਅਜੇ ਪਸ਼ੂ ਲੈਵਲ 'ਤੇ ਹੀ ਖੜ੍ਹੇ ਹਾਂ। ਭੁਲੇਖਾ ਹੈ ਸਾਨੂੰ, ਅਸੀਂ ਬੰਦੇ। ਕਦੇ ਤੁਸੀਂ ਜਿਹੜੇ ਕਦੇ ਡੰਗਰ ਰੱਖਦੇ ਨੇ, ਦੇਖ ਲਓ ਤਮਾਸ਼ਾ। ਮੈਂ ਤਾਂ ਕਈ ਵਾਰੀ ਇਹਨਾਂ ਡੰਗਰਾਂ ਦੇ ਤਮਾਸ਼ੇ ਵੇਖਦੇ ਰਹਿੰਦਾ ਹੁੰਦਾ ਸੀ, ਅਤੇ ਕਰਦੇ ਕੀ ਨੇ? ਵੀ ਖੁਰਲੀ ਭਰੀ ਹੋਈ ਹੈ, ਤੂੰ ਪਹਿਲਾਂ ਆਪਣੇ ਅੱਗੋਂ ਖਾ ਲੈ, ਤੇਰੇ ਅੱਗੋਂ ਮੁੱਕ ਜਾਣਗੇ, ਫਿਰ ਤਾਂ ਮੰਨਿਆ ਚੱਲ ਭਾਈ ਦੂਜੇ ਕੋਲ ਆਪਾਂ ਇਹਦੇ ਥੋੜ੍ਹਾ ਬਦਲਾ, ਫਿਰ ਤੇਰੇ ਕੋਲ ਤਾਂ ਆਪਣੇ ਹੀ ਹੈਗੇ ਨਾ ਆਪਣੀ। ਇਹ ਤਾਂ ਬੱਚੇ ਦੀ ਆਦਤ ਹੈ, ਜਿਵੇਂ ਤੁਸੀਂ ਬੱਚੇ ਨੂੰ 12 ਸੰਤਰੇ ਦੇ ਦਿਓ, ਫਿਰ ਉਹਨੂੰ ਇੱਕ ਦੇ ਦੇ ਨਾ, ਉਹ ਜੱਫੀ ਪਾ ਦੂ ਉਹਨਾਂ ਨੂੰ। ਤੋ ਅਸੀਂ ਵੀ ਅਜੇ ਬੱਚਾ ਲੈਵਲ 'ਤੇ ਹੀ ਹਾਂ, ਨੀਵਾਂ ਸਾਡਾ ਲੈਵਲ ਹੈ। ਸੋ ਇਸ ਲਈ ਅਸੀਂ ਕੋਸ਼ਿਸ਼ ਕਰਨੀ ਘੱਟ ਤੋਂ ਘੱਟ ਇਸ ਜੀਵਨ ਦੇ ਵਿੱਚ ਬੰਦੇ ਦੇ ਲੈਵਲ 'ਤੇ ਆ ਜਾਈਏ, ਇਹ ਨਹੀਂ ਬਹੁਤ ਵੱਡੀ ਗੱਲ ਹੋ ਜਾਏਗੀ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ। ਜਦੋਂ ਗੁਰੂ ਦਾ ਸ਼ਬਦ ਕਿਸੇ ਨੂੰ ਮਿੱਠਾ ਲੱਗੇ, ਚੰਗਾ ਲੱਗੇਗਾ, ਉਹਨੂੰ ਗਿਆਨ ਅਤੇ ਧਿਆਨ ਸਮਾਂ ਪਾ ਕੇ ਦੋਨੋਂ ਹੀ ਪ੍ਰਾਪਤ ਹੋ ਜਾਂਦੇ। ਗੁਰ ਕਿਰਪਾ ਤੇ ਕਿਨੇ ਵਿਰਲੇ ਚਖ ਡੀਠਾ। ਇਹ ਜਿਹੜਾ ਗੁਰ ਸ਼ਬਦ ਮਿੱਠਾ ਲੱਗਦਾ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਟਾਵੇਂ ਨੂੰ ਨੇ ਇਹ ਸ਼ਬਦ ਚਖ ਕੇ ਡਿਠਿਆ, ਵੀ ਨਾਮ ਜਪ ਕੇ ਦੇਖਿਆ। ਉਹ ਜਪੀ ਗਿਆ, ਜਪੀ ਗਿਆ, ਜਪੀ ਗਿਆ, ਜਪੀ ਗਿਆ, ਅਖੀਰ 'ਤੇ ਇਸ ਤਰ੍ਹਾਂ ਚੀਜ਼ ਪਹੁੰਚ ਗਿਆ ਵੀ ਵਾਕਈ ਨਾਮ ਮਿੱਠਾ ਹੈ, ਵਾਕਈ ਬਾਣੀ ਮਿੱਠੀ ਹੈ। ਫਿਰ ਇਹੀ ਕਹੇ ਵੀ ਹਾਂ, ਉਹਨੂੰ ਨਾ ਨਾਮ 'ਚ ਰਸ ਆਉਣ ਲੱਗ ਜਾਏਗਾ, ਬਾਣੀ 'ਚ ਰਸ ਆਉਣ ਲੱਗ ਜਾਏਗਾ, ਬਿਰਤੀ ਉਹਦੀ ਜੁੜਨ ਲੱਗ ਜਾਏਗੀ।
ਕਰਮ ਕਾਂਡ ਬੋ ਕਰੈ ਆਚਾਰ, ਬਿਨ ਨਾਮੈ ਤ੍ਰਿਗ ਤ੍ਰਿਗ ਅਹੰਕਾਰ। ਉਹ ਕਰਮ ਕਾਂਡ 'ਤੇ ਕਰਦੇ ਨੇ। ਉਹ ਧਾਰਮਿਕ ਕਰਮ ਜਿਹੜੇ ਲੋਕ ਵਿਖਾਵੇ ਲਈ ਕੀਤੇ ਜਾਂਦੇ ਨੇ ਉਹਨੂੰ ਕਰਮ ਕਾਂਡ ਕਹਿੰਦੇ। ਉਹਦਾ ਆਤਮਾ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਹ ਧਾਰਮਿਕ ਕਰਮ ਜਿਨ੍ਹਾਂ ਦਾ ਆਤਮਾ ਨਾਲ ਕੋਈ ਸੰਬੰਧ ਨਹੀਂ ਹੈ, ਲੋਕ ਵਿਖਾਵੇ ਲਈ, ਲੋਕਾਚਾਰੀ ਲਈ ਕੀਤੇ ਜਾਂਦੇ ਹਨ। ਹੁਣ ਘੜਾ ਲੈ ਰਹੇ ਜੀ, ਮੜੀਆਂ ਲੈ ਕੇ ਜਾ ਰਹੇ, ਉਹ ਰਾਜ ਤੋੜਦਾ ਨੂੰ ਵੀ ਦੱਸ ਇਹਦਾ ਆਤਮਾ ਨਾਲ ਕੀ ਲੈਣਾ ਦੇਣਾ ਬਈ ਹੈ? ਘੜਾ ਪਾਣੀ ਦੇ ਭਰ ਕੇ ਲੈ ਜਾਣਾ, ਰਾਜ ਇੱਕ ਜ਼ੋਰ ਦੀ ਧਰਤੀ 'ਤੇ ਮਾਰਦੇ ਨੇ, ਉਹ ਟੁੱਟ ਜਾਂਦਾ। ਇਹਦਾ ਆਤਮਾ ਨਾਲ ਤਾਂ ਕੋਈ ਲੈਣਾ ਦੇਣਾ। ਇਹ ਕਰਮ ਕਾਂਡ ਨੇ, ਕਰਮ ਕਾਂਡ ਨੇ। ਮੈਂ ਤੀਲੇ ਤੋੜਦੇ ਹੋਏ ਦੇਖੇ ਹੋਏ, ਉਹ ਅੱਗ ਲਾਤੀ ਡੈਡ ਬੋਡੀ ਨੂੰ, ਮਗਰੋਂ ਫਿਰ ਤੀਲਾ ਤੋੜ ਤਿੜਕ ਉਹਦੇ ਵਿੱਚ ਸੁੱਟ ਦੇ। ਇੱਕ ਨੂੰ ਪੁੱਛੇ ਕਾਹਦੇ ਲਈ? ਕਹਿੰਦੀ ਇਹ ਆਹ ਲੈ ਤੇਰਾ ਸਾਡਾ ਸੰਬੰਧ ਟੁੱਟ ਗਿਆ। ਮੈਂ ਤਾਂ ਜਿਹਦੇ ਮਰ ਕੇ ਟੁੱਟਦੇ ਉਹਦੇ ਹੀ ਗਿਆ ਸੀ, ਉਦੋਂ ਉਹਦੀ ਟੁੱਟ ਗਿਆ ਸੀ। ਅਤੇ ਤੇਰੇ ਕਹਿਣ ਨਾਲ ਥੋੜ੍ਹੀ ਟੁੱਟ ਜਾਏਗਾ। ਜੇ ਉਹਨੂੰ ਤੂੰ ਉਹਦੇ ਡਿੱਕਿਆ ਨਾ, ਭੂਤ ਬਣ ਕੇ ਆ ਜਾਣਾ ਉਹਨੇ ਵੀ ਦੱਸਦਾ ਮੈਂ ਤੂੰ ਮੇਰੇ ਨਾਲ ਸੰਬੰਧ ਤੋੜਦਾ। ਇਹ ਕਰਮ ਕਾਂਡ ਨੇ। ਜਾ ਕੇ ਇਸ਼ਨਾਨ ਕਰੋ ਸਰੋਵਰਾਂ 'ਤੇ, ਇਹਦਾ ਆਤਮਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਇਹਦਾ ਆਤਮਾ ਨਾਲ ਕੋਈ ਲੈਣਾ ਦੇਣਾ। ਕਈ ਲੋਕ ਨੇ ਦੇਖਿਆ ਵੀ ਹੈ ਨਾ, ਕੁੜੀ ਮੁੰਡੇ ਦੇ ਵਿਆਹ ਤੋਂ ਪਹਿਲਾਂ ਅਖੰਡ ਪਾਠ ਕਰਾਉਂਦੇ ਨੇ। ਅਖੰਡ ਪਾਠ ਰਖਾ ਲੈਣਗੇ, ਨਾ ਸੁਣਨਾ ਨਾ ਗੱਲ ਨਾ ਬਾਤ, ਰੌਲਾ ਪਾਈ ਜਾਣਾ। ਪਾਠੀਆਂ ਨੂੰ ਵੀ ਪਾਠ ਨਹੀਂ ਕਰਨ ਦੇਣਾ। ਇੱਕ ਵਾਰੀ ਸਾਡੇ ਪਾਠੀਆਂ ਨੇ, ਸਾਡੇ ਕਈ ਸਾਲਾਂ ਦੀ ਗੱਲ, ਉਹਨਾਂ ਨੇ ਜਿਵੇਂ ਅਖੰਡ ਪਾਠ ਦੇ ਜਿਹਦੇ ਭੋਗ ਪੈਣਾ ਸੀ, ਉਦੋਂ ਅਗਲੇ ਦਿਨ ਵਿਆਹ ਸੀ, ਉਹ ਰਖਾ ਲਿਆ। ਉਹ ਤਾਂ ਜੇ ਪ੍ਰਾਹੁਣੇ ਆ ਗਏ, ਸਾਡੇ ਪਾਠੀ ਆ ਕੇ ਮੈਨੂੰ ਕਹਿੰਦੇ ਬਾਬਾ ਜੀ ਨਾ ਉਹ ਸੁਣਦੇ ਨੇ ਨਾ ਸਾਨੂੰ ਪਾਠ ਕਰਨ ਦਿੰਦੇ, ਰੌਲਾ ਪੈ ਜਾਂਦਾ ਯਾਰ। ਕਿਉਂ? ਪਹਿਲਾਂ ਚਾਚੀ ਆ ਗਈ, ਫਿਰ ਕੋਈ ਤਾਈ ਮਿਲਣ ਆ ਗਈ, ਫਿਰ ਕਦੇ ਕੋਈ ਆ ਗਿਆ ਪ੍ਰਾਹੁਣਾ, ਕਦੇ ਕੋਈ ਆ ਗਿਆ। ਫਿਰ ਅਸੀਂ ਕਹਿਣਾ ਸ਼ੁਰੂ ਕਰਤਾ ਕਿ ਭਾਈ ਤੁਸੀਂ ਇੱਕ ਹਫ਼ਤਾ ਪਹਿਲਾਂ ਪਾਠ ਕਰਾ ਲਿਆ ਕਰੋ। ਵਿਆਹ ਸ਼ਾਦੀਆਂ ਤੋਂ ਨਾ ਤੁਸੀਂ ਇੱਕ ਹਫ਼ਤਾ ਪਹਿਲਾਂ ਪਾਠ ਕਰਾਓ। ਤੁਸੀਂ ਘੱਟ ਤੋਂ ਘੱਟ ਸੁਣੋ, ਸੇਵਾ ਕਰੋ, 2 ਅੱਖਰ ਕੰਨਾਂ 'ਚ ਪੈਣਗੇ, ਫਿਰ ਹੌਲੀ ਹੌਲੀ ਮੰਨ ਗਏ। ਹੁਣ ਤਕਰੀਬਨ ਸੰਗਤ ਪਹਿਲਾਂ ਕਰਾ ਲੈਂਦੀ। ਉਹ ਫਿਰ ਐਵੇਂ ਕਰਮ ਕਾਂਡ ਹੁੰਦੇ ਆ। ਹਾਂਜੀ, ਕਰਾਉਂਦੇ ਹੁੰਦੇ ਨੇ ਜੀ ਕਰਮ ਕਾਂਡ। ਸੋ ਸਿੱਖ ਧਰਮ 'ਚ ਕਰਮ ਕਾਂਡ ਨਹੀਂ ਕਰਨੇ। ਕਰਮ ਕਾਂਡ ਬੋ ਕਰੈ ਆਚਾਰ, ਬਿਨ ਨਾਮੈ ਤ੍ਰਿਗ ਤ੍ਰਿਗ ਅਹੰਕਾਰ। ਕਰਮ ਕਾਂਡ 'ਤੇ ਕਰਦਾ, ਹੋਰ ਬੜੇ ਧਾਰਮਿਕ ਕਰਮ ਕਰਦਾ ਹੈ, ਪਰ ਨਾਮ ਨਹੀਂ ਜਪਦਾ। ਨਾਮ ਜਪਣ ਕਰਕੇ ਉਹਦੇ ਅੰਦਰ ਅਹੰਕਾਰ ਹੈ ਅਤੇ ਉਹਦਾ ਜੀਵਨ ਤ੍ਰਿਗ ਹੈ, ਤਿਰਕਾਰ ਯੋਗ ਹੈ। ਨਾਮ ਨਹੀਂ ਜਪੇਗਾ ਤਾਂ ਅੰਦਰ ਹੰਕਾਰ ਪੈਦਾ ਹੋਏਗਾ। ਅੱਛਾ, ਮੈਂ 68 ਤੀਰਥ ਇਸ਼ਨਾਨ ਕਰਕੇ ਆਇਆ, ਮੈਂ ਹਰ ਸਾਲ ਜਿਹੜਾ ਹੈ ਹੇਮਕੁੰਟ ਸਾਹਿਬ ਜਾਂਦਾ, ਮੈਂ ਹਰ ਸਾਲ ਐਂ ਕਰਦਾ, ਮੈਂ ਹਰ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ। ਫਿਰ ਐਂ ਕਹਿੰਦਾ ਬੰਦਾ, ਆਪ ਹੀ ਸੁਣਾਉਂਦਾ ਰਹਿੰਦਾ ਲੋਕਾਂ ਨੂੰ। ਕੋਈ ਪੁੱਛੇ ਵੀ ਬਾਬਾ ਜੀ ਤੁਸੀਂ ਕਿੰਨੇ ਵਜੇ ਉੱਠਦੇ ਹੋ, ਉਹ ਤਾਂ ਗੱਲ ਹੋਰ ਹੈ। ਮੈਂ ਆਪ ਹੀ ਢੰਡੋਰਾ ਪਿੱਟਦਾ ਰਹਾਂ, ਮੈਂ ਜੀ ਇੰਨੇ ਵਜੇ ਉੱਠਦਾ ਜੀ, ਫਲਾਣਾ ਜੀ। ਹਾਂ, ਇਹ ਵੀ ਇੱਕ ਹਉਮੈ ਦੀ ਨਿਸ਼ਾਨੀ ਹੁੰਦੀ। ਆ ਮੇਰਾ ਮੋਢਾ ਦੁਖਦਾ ਕਾਫੀ ਸਮੇਂ ਤੋਂ, ਹੁਣ ਕੁਝ ਕੱਲ੍ਹ ਦਾ ਫਰਕ ਪਿਆ। ਮੈਂ ਪਾਠੀ 'ਚ 2 ਅਖੰਡ ਪਾਠ ਹੋ ਰਹੇ ਸੀ, 12 ਵਜੇ ਵਾਲੇ ਆਏ, ਮੈਂ ਬੈਠਾ। ਉਹ ਰੌਲ ਲਾ ਕੇ 2 ਵਜੇ ਮੁੜੇ, ਮੈਂ ਤਾਂ ਵੀ ਬੈਠਾ। 2 ਵਜੇ ਵਾਲੇ ਉੱਪਰ ਚੜ੍ਹੇ, ਮੈਂ ਤਾਂ ਵੀ ਬੈਠਾ। ਉਹ 4 ਵਜੇ ਠਾ ਉਤਰੇ, ਮੈਂ ਤਾਂ ਵੀ ਬੈਠਾ। ਉਹ ਮੈਨੂੰ ਕਹਿੰਦੇ ਬਾਬਾ ਜੀ ਕੀ ਗੱਲ ਤੁਸੀਂ? ਅਸੀਂ ਪਹਿਲੀ ਰਾਤ ਵੀ ਵੇਖਿਆ, ਦੂਜੀ ਰਾਤ ਵੀ ਵੇਖੇ। ਮੈਂ ਹੱਸਦਿਆਂ ਉਹਨਾਂ ਨੂੰ ਕਿਹਾ, ਮੈਂ ਪਤਾ ਕਿ ਇਹ ਗੁਰੂ ਮਹਾਰਾਜ ਦੀ ਹੋ ਗਈ ਮੇਰੇ 'ਤੇ ਕਿਰਪਾ। ਉਹ ਮੈਨੂੰ ਬਸ 11:30 ਵਜੇ ਉਠਾ ਦਿੰਦੇ ਨੇ, ਵੀ ਲੈ ਵੀ ਰਾਤੇ ਰਾਤ ਹੀ ਸਿਮਰਨ ਨਿਤਨੇਮ ਸਭ ਨਿਬੇੜ ਦੇ, ਸਵੇਰੇ ਫਿਰ ਸੌਂ ਲਈ। ਇਹ ਨਹੀਂ ਪਤਾ ਸੌਂ ਹੀ ਨਹੀਂ ਹੁੰਦਾ, ਮੋਢਾ ਦੁਖਦਾ। ਅਤੇ ਜੇ ਮੈਂ ਕਿਹਾ ਹਾਂ ਜੀ ਬਾਕੀ ਮੇਰੇ 'ਤੇ ਕਿਰਪਾ ਹੋ ਗਈ। ਹਾਂ, ਉਹ ਮੈਂ ਤਾਂ 11:30 ਵਜੇ ਉੱਠ ਪੈਂਦਾ ਜੀ, 4 ਵਜੇ ਕਿਤੇ ਜਾ ਕੇ ਸੌਂਦਾ ਜੀ, ਫਿਰ ਇਹ ਹੋਰ ਗੱਲ ਹੋਏਗੀ।
ਸੋ ਇਸ ਲਈ ਧਾਰਮਿਕ ਕਰਮ ਤੇ ਕੀਤੇ, ਨਾਮ ਨਾ ਜਪਣ ਕਰ ਉਹਨਾਂ ਦਾ ਹੰਕਾਰ ਹੋ ਗਿਆ ਵੀ ਮੈਂ ਇੰਨੇ ਕੁਛ ਕਰ ਲਿਆ, ਆਹ ਕੁਛ ਕਰ ਲਿਆ। ਇਸ ਲਈ ਕਹਿੰਦਾ ਜੀਵਨ ਜਿਹੜਾ ਵਿਅਰਥ ਚਲਿਆ ਜਾਂਦਾ। ਬੰਧਨ ਬਾਂਧਿਓ ਮਾਇਆ ਫਾਂਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਇਹ ਮਾਇਆ ਦੇ ਬੰਧਨਾਂ 'ਚ, ਮਾਇਆ ਦੀ ਫਾਹੀ 'ਚ ਬੱਝਿਆ ਹੋਇਆ ਹੈ। ਛੁੱਟੇਗਾ ਕਿਵੇਂ? ਜਦੋਂ ਗੁਰੂ ਦੀ ਕਿਰਪਾ ਨਾਲ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਜਨ ਨਾਨਕ ਛੂਟੈ ਗੁਰ ਪ੍ਰਗਾਸ। ਗੁਰੂ ਦੀ ਕਿਰਪਾ ਨਾਲ ਜਦੋਂ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏਗਾ ਨਾ, ਫਿਰ ਇਹ ਮਾਇਆ ਦੇ ਬੰਧਨਾਂ ਤੋਂ ਛੁੱਟੇਗਾ। ਫਿਰ ਮਾਇਆ ਦਾ ਮੋਹ ਇਹਦਾ ਟੁੱਟੇਗਾ। ਕਿਉਂਕਿ ਸਿੱਖ ਨੂੰ ਕਿਹਾ ਤੂੰ ਮਾਇਆ ਨਹੀਂ ਛੱਡਣੀ, ਮਾਇਆ ਦਾ ਮੋਹ ਛੱਡਣਾ। ਤੂੰ ਘਰ ਨਹੀਂ ਛੱਡਣਾ, ਘਰ ਦਾ ਮੋਹ ਛੱਡਣਾ। ਘਰ ਦਾ ਮੋਹ ਛੱਡਣਾ। ਪਹੁੰਚਣਾ ਕਿੱਥੇ ਹੈ? ਕਬੀਰ ਸਾਹਿਬ ਨਾਮਦੇਵ ਜੀ, ਨਾਮਦੇਵ ਜੀ ਬਾਹਰ ਗਏ ਹੋਏ ਨੇ ਭਜਨ ਬੰਦਗੀ ਕਰਨ। ਮਗਰ ਉਹਨਾਂ ਦੀ ਛਾਨਣ ਨੂੰ ਲੱਗ ਗਈ ਅੱਗ, ਰੌਲਾ ਪੈ ਗਿਆ। ਲੋਕ ਬਾਲਟੀਆਂ ਬੂਟੀਆਂ ਲੈ ਕੇ ਅੱਗ ਬੁਝਾਉਣ ਲੱਗ ਪਏ। ਇੱਕ ਭੱਜਿਆ ਗਿਆ, ਨਾਮਦੇਵ ਜੀ, ਨਾਮਦੇਵ ਤੁਹਾਡੀ ਛਾਨਣ ਨੂੰ ਅੱਗ ਲੱਗ ਗਈ। ਕਹਿੰਦੇ ਚਲੋ ਕੋਈ ਨਹੀਂ, ਮੈਂ ਆਉਣਾ। ਆਪਣਾ ਆਰਾਮ ਨਾਲ ਆ ਰਹੇ ਨੇ। ਦੇਖਿਆ ਕਾਫੀ ਕੁਝ ਸਮਾਨ ਲੋਕਾਂ ਕੱਢ ਲਿਆ ਹੈ। ਗਰੀਬ ਦੇ ਪਹਿਲਾਂ ਸਮਾਨ ਹੀ ਘੱਟ ਹੁੰਦਾ, ਕੋਈ ਸੜ ਗਿਆ ਹੈ। ਨਾਮਦੇਵ ਜੀ ਆਏ, ਜੇ ਮੰਜਾ ਬਚੇ ਚੱਕ ਕੇ ਮੰਜਾ ਅੱਗੇ ਸੁੱਟਦਾ। ਲਓ ਭਗਵਾਨ ਜੀ ਆ ਵੀ ਲਓ। ਹੋਰ ਕੋਈ ਬਾਪ ਬੱਚੇ ਉਹ ਵੀ ਚੱਕ ਕੇ ਅੱਗੇ ਸੁੱਟਦਾ। ਭਗਵਾਨ ਜੀ ਆ ਵੀ ਲਓ। ਜਿੰਨਾ ਬਚਾਇਆ ਸੀ ਲੋਕਾਂ ਨੇ ਸਾਰਾ ਮੁੜ ਕੇ ਅੱਗ ਸੁੱਟਦਾ। ਲੋਕ ਤੇ ਪਾਗਲ ਕਹਿੰਦੇ ਹੋਣਗੇ ਵੀ ਅਸੀਂ ਮਰ ਗਏ ਹਾਂ, ਇਹ ਬਾਹਰ ਸਮਾਨ ਕੱਢਦੇ ਹੋਏ ਅੱਗ 'ਚੋਂ। ਇਹ ਕਹਿੰਦਾ ਭਗਵਾਨ ਜੀ ਆ ਵੀ ਲਓ, ਆ ਵੀ ਲਓ, ਆ ਵੀ ਲਓ। ਕਿਉਂ? ਪਤਾ ਹੈ ਭਗਵਾਨ ਦੇ ਦਿੱਤਾ ਹੋਇਆ। ਸਾਨੂੰ ਸ਼ਬਦੀ ਗਿਆਨ ਤੇ ਹੈ, ਤੁਹਾਨੂੰ ਵੀ ਮੈਂ ਕਰਾਤਾ ਹੈ, ਮੈਨੂੰ ਵੀ ਗਿਆਨ ਹੈ ਕਿ ਜੋ ਕੁਝ ਸਾਡੇ ਕੋਲ ਹੈ ਸਭ ਪਰਮਾਤਮਾ ਨੇ ਦਿੱਤਾ ਹੋਇਆ। ਇਹ ਸਾਡਾ ਨਹੀਂ ਹੈ, ਉਹਦਾ ਦਿੱਤਾ ਹੋਇਆ ਹੈ। ਪਰ ਕਿਉਂਕਿ ਲਗਾਤਾਰ ਸਾਡੇ ਕੋਲ ਇਹ ਚੀਜ਼ ਹੈ, ਸਾਡਾ ਉਸ 'ਚ ਮੋਹ ਪੈ ਗਿਆ ਹੈ। ਸਾਨੂੰ ਲੱਗਦਾ ਇਹ ਸਾਡਾ ਹੈ। ਸਾਡਾ ਕੋਈ ਸਮਾਨ ਸੜੇਗਾ, ਸਾਨੂੰ ਦੁੱਖ ਹੋਵੇਗਾ। ਕਿਉਂ? ਸਾਡੇ ਅੰਦਰ ਉਹਦੇ ਪ੍ਰਤੀ ਮੋਹ ਹੈ। ਨਾਮਦੇਵ ਦੇ ਅੰਦਰ ਮੋਹ ਹੀ ਖਤਮ ਹੋ ਗਿਆ ਚੀਜ਼ਾਂ ਦਾ। ਇਸ ਲਈ ਕਦੇ ਭਗਵਾਨ ਆ ਵੀ ਤੁਸੀਂ ਦਿੱਤਾ ਸੀ, ਆ ਲਓ, ਆ ਵੀ ਲਓ, ਆ ਵੀ ਲਓ। ਮੋਹ ਹੀ ਕੋਈ ਨਹੀਂ। ਚਲੇ ਗਏ ਹੁਣ ਵੀ, ਹੁਣ ਚਲੀਏ। ਵਿਚਾਰੇ ਫਿਰ ਜੰਗਲ ਚਲੇ ਗਏ, ਆਏ ਨਿਸ਼ਾਨ ਵਾਪਸ। ਰਾਤੇ ਰਾਤ ਭਗਵਾਨ ਮਿਸਤਰੀ ਮਜ਼ਦੂਰ ਲੈ ਕੇ ਆਇਆ। ਇਹ ਕਲਾਸ ਛੰਨ ਬਣਾਤੀ, ਸਮਾਨ ਨਾਲ ਭਰਤੀ। ਸਵੇਰੇ ਨਾਮਦੇਵ ਆਏ, ਗੁਆਂਢਣ ਉੱਠੀ, ਵੇ ਨਾਮਦੇਵ, ਵੇ ਨਾਮਦੇਵ, ਤੂੰ ਕਮਾਲ ਕਰਤੀ ਹੈ। ਤੂੰ ਇੰਨੀ ਸੋਹਣੀ ਛੰਨ ਬਣਾ ਲਈ ਹੈ। ਤੂੰ ਇਹ ਕਿਸ ਮਿਸਤਰੀ ਤੋਂ ਬਣਵਾਈ ਹੈ? ਮੈਨੂੰ ਵੀ ਦੱਸ, ਮੈਂ ਤੇਰੇ ਨਾਲ ਦੂਣੀ ਮਜ਼ਦੂਰੀ ਨੂੰ ਦੇਵਾਂਗੀ, ਮੈਂ ਵੀ ਉਸ ਛੰਨ ਬਣਾਉਣੀ। ਭਗਤ ਨਾਮਦੇਵ ਕਹਿੰਦੇ ਮਾਈ, ਉਹ ਮਿਸਤਰੀ ਦਿੱਤਾ ਨਹੀਂ ਜਾ ਸਕਦਾ। ਉਹ ਮਿਸਤਰੀ ਇਸ ਤਰ੍ਹਾਂ ਨਹੀਂ ਦਿੱਤਾ ਜਾ ਸਕਦਾ। ਉਹ ਤਾਂ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ। ਉਹਨੂੰ ਆਹ 2-4 ਰੁਪਈਏ ਵਾਲੀ ਮਜ਼ਦੂਰੀ ਨਹੀਂ ਚਾਹੀਦੀ। ਭਾਵ ਇੰਨਾ ਪਰਮਾਤਮਾ 'ਚ ਵਿਸ਼ਵਾਸ ਸੀ ਕਿ ਜੋ ਕੁਛ ਮੈਨੂੰ ਦਿੱਤਾ ਪਰਮਾਤਮਾ ਨੇ ਦਿੱਤਾ, ਪਰਮਾਤਮਾ ਨੇ ਵਾਪਸ ਲੈ ਲਿਆ। ਗੱਲ ਖਤਮ ਹੋ ਗਈ, ਗੱਲ ਖਤਮ ਹੋ ਗਈ। ਅਤੇ ਪਰਮਾਤਮਾ ਨੇ ਦੇਖਿਆ ਵੀ ਹਾਂ, ਇਹ ਵਾਕਈ ਨਿਰਲੇਪ ਹੋ ਚੁੱਕੇ ਦਾ, ਕੋਈ ਮੋਹ ਹੀ ਨਹੀਂ ਕਿਸੇ ਚੀਜ਼ ਦਾ। ਪਰਮਾਤਮਾ ਸਾਰਾ ਕੁਝ ਦੁਬਾਰਾ ਭਰਤਾ, ਸਾਰਾ ਕੁਝ ਦਿੱਤਾ। ਸੋ ਧਰਮ ਕਹਿੰਦਾ ਅਸੀਂ ਸਮਾਨ ਚੀਜ਼ਾਂ ਨਹੀਂ ਛੱਡਣੀਆਂ, ਮੋਹ ਛੱਡਣਾ ਹੁੰਦਾ। ਅਸੀਂ ਪਰਿਵਾਰ ਨਹੀਂ ਛੱਡਣਾ, ਮੋਹ ਛੱਡਣਾ। ਅਸੀਂ ਮਾਇਆ ਨਹੀਂ ਛੱਡਣੀ, ਮਾਇਆ ਦਾ ਮੋਹ ਛੱਡਣਾ ਹੈ। ਮੋਹ ਹੀ ਬੰਦੇ ਨੂੰ ਦੁਖੀ ਕਰਦਾ ਹੈ। ਇਹ ਬਹੁਤ ਜਦੋਂ ਭਜਨ ਬੰਦਗੀ ਜ਼ਿਆਦਾ ਹੋ ਜਾਏਗੀ ਤਾਂ ਜਾ ਕੇ ਕਿਤੇ ਇਹ ਅਵਸਥਾ ਆਉਣੀ ਸ਼ੁਰੂ ਹੁੰਦੀ ਹੈ। ਆਪਾਂ ਤਾਂ ਜੇ ਅਰਥੀ ਕਰਨ ਬਣ ਗਏ,
ਪਰ ਕਿੱਥੇ ਅਸੀਂ ਪਹੁੰਚਣਾ ਹੈ, ਕਿਹੜੀ ਸਾਡੀ ਮੰਜ਼ਿਲ ਹੈ, ਬਾਣੀ ਉਹ ਦੱਸਦੀ ਵੀ ਉੱਥੇ ਪਹੁੰਚਣਾ ਪੈਣਾ ਜਿੱਥੇ ਨਾਮਦੇਵ ਜੀ ਪਹੁੰਚ ਗਏ ਸੀ। ਫਿਰ ਜਾ ਕੇ ਗੱਲ ਬਣੇਗੀ। ਇਸ ਲਈ ਅਜੇ ਦਿੱਲੀ ਦੂਰ ਹੈ। ਅੱਜ ਤਾਂ ਆਪਾਂ ਰਾਜਪੁਰੇ ਫਿਰੀ ਜਾਂਦੇ, ਪਟਿਆਲਾ ਚੱਲੇ ਸੀ, ਰਾਜਪੁਰੇ ਫਿਰੀ ਜਾਂਦੇ, ਕਦੋਂ ਅੰਬਾਲਾ ਕਰਨਾਲ, ਉਹ ਕਦੋਂ। ਸੋ ਗੁਰੂ ਮਹਾਰਾਜ ਕਹਿੰਦੇ ਜੀ, ਬੰਧਨ ਬਾਂਧਿਓ ਮਾਇਆ ਫਾਂਸ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਇਹ ਮਾਇਆ ਦੀ ਫਾਹੀ 'ਚ ਬੱਝਾ ਹੋਇਆ, ਇਹ ਮਾਇਆ ਦੇ ਬੰਧਨਾਂ 'ਚ ਬੱਝਾ ਹੋਇਆ ਹੈ। ਜਦੋਂ ਗੁਰੂ ਦੀ ਕਿਰਪਾ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਫਿਰ ਇਹ ਮਾਇਆ ਮੋਹ ਇਹਦਾ ਛੁਟਕਾਰਾ ਹੋਵੇਗਾ। ਅੱਗੇ ਕਹਿੰਦੇ ਮਹਿਲਾ ਤੀਜਾ ਗੌੜੀ ਬੈਰਾਗਣ। ਰਾਗ ਦਾ ਨਾਮ ਹੈ ਗੌੜੀ ਬੈਰਾਗਣ, ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ। ਜੈਸੇ ਧਰਤੀ ਮਦੇ ਪਾਣੀ ਪ੍ਰਗਸਿਆ, ਬਿਨ ਪਗਾਂ ਵਰਸਤ ਫਿਰਾਹੀ। ਜਿਵੇਂ ਧਰਤੀ ਦੇ ਉੱਪਰ ਕਹਿੰਦਾ ਬੱਦਲ ਹੈ, ਮੇਘ ਬੱਦਲ ਨੂੰ ਕਹਿੰਦਾ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਜਿਵੇਂ ਧਰਤੀ 'ਤੇ ਬੱਦਲ ਵਸਦਾ ਹੈ, ਵਰਖਾ ਹੁੰਦੀ ਹੈ। ਕਿਆ ਧਰਤੀ ਮਦੇ ਪਾਣੀ ਨਹੀਂ, ਕੀ ਧਰਤੀ ਪਾਣੀ ਨਹੀਂ ਹੈ। ਬੱਦਲ ਬਣੇ ਹੀ ਇਸੇ ਲਈ ਕਿ ਪਾਣੀ ਹੈ ਧਰਤੀ 'ਚ। ਉਂਝ ਕਿੱਥੋਂ ਬਣਦੇ, ਉਹ ਉਂਝ ਕਿੱਥੋਂ ਬਣਦੇ, ਧਰਤੀ 'ਤੇ ਪਾਣੀ ਹੈ। ਉਹ ਪਾਣੀ ਗਰਮੀ ਨਾਲ ਭਾਫ ਬਣਿਆ, ਭਾਫ ਬਣ ਕੇ ਉੱਪਰ ਉੱਡਿਆ, ਉੱਪਰ ਜਾ ਕੇ ਉਹ ਠੰਡਾ ਹੋ ਗਿਆ, ਠੰਡਾ ਹੋ ਕੇ ਜੰਮਣਾ ਸ਼ੁਰੂ ਹੋ ਗਿਆ, ਉਹ ਬੱਦਲ ਹੋ ਗਿਆ। ਜੋ ਜ਼ਿਆਦਾ ਭਾਰੀ ਹੋ ਗਿਆ, ਹੇਠਾਂ ਵਰਸਣ ਲੱਗ ਗਿਆ। ਅਤੇ ਜੇ ਜਾਵੇ ਬੱਦਲ ਫਟ, ਕਿੱਥੇ ਤਾਂ ਬੱਦਲ ਨੇ ਹੌਲੀ ਹੌਲੀ ਪਈ ਜਿਹੜੇ ਸੀ ਕਣੀਆਂ, ਮਹੀਨੇ ਘੰਟੇ ਜਾ ਕੇ ਉਹ ਸਾਰਾ ਪਾਣੀ ਮੁੱਕਣਾ ਸੀ। ਜਦੋਂ ਕਹਿੰਦੇ ਬੱਦਲ ਫਟ ਗਿਆ, ਉਹ ਸਾਰੇ ਦਾ ਸਾਰਾ ਇੱਕਦਮ ਹੇਠਾਂ ਡਿੱਗ ਪੈਂਦਾ ਪਾਣੀ, ਹੜ੍ਹ ਆ ਜਾਂਦੇ। ਬਸ ਫਿਰ ਹੜ੍ਹ ਆ ਜਾਂਦੇ, ਹੜ੍ਹ ਕਹਿੰਦੇ ਬੱਦਲ ਫਟ ਗਏ। ਸੋ ਕਹਿੰਦੇ ਵੀ ਧਰਤੀ ਦੇ ਉੱਤੇ ਮੀਂਹ ਪੈਂਦਾ, ਬੱਦਲ ਵਰਸਦਾ ਹੈ, ਵੀ ਕੀ ਧਰਤੀ ਪਾਣੀ ਨਹੀਂ ਹੈਗਾ। ਪਾਣੀ ਹੈ ਧਰਤੀ, ਤਾਂ ਹੀ ਉਹ ਬੱਦਲ ਬਣਿਆ ਹੋਇਆ। ਆਹ ਸਮਝਾਇਆ। ਜੈਸੇ ਧਰਤੀ ਮਦੇ ਪਾਣੀ ਪ੍ਰਗਸ, ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਬਿਨ ਪਗਾਂ ਵਰਸਤ ਫਿਰਾਏ, ਪਰ ਪੈਰਾਂ ਤੋਂ ਬਿਨਾਂ ਹੀ ਬੱਦਲ ਵਸਦਾ ਰਹਿੰਦਾ ਹੈ। ਬੱਦਲ ਦੇ ਕੋਈ ਪੈਰ ਨਹੀਂ ਹੈਗੇ, ਪਰ ਉਹ ਉੜਦਾ ਰਹਿੰਦਾ ਹੈ, ਕਦੇ ਕਿਤੇ ਪੈਂਦਾ ਜਾ ਕੇ, ਕਦੇ ਕਿਤੇ ਪੈਂਦਾ ਹੈ। ਇਸ ਤਰ੍ਹਾਂ ਪਰਮਾਤਮਾ ਸਭ ਥਾਂ 'ਤੇ ਹੈ। ਉਹ ਧਰਤੀ 'ਤੇ ਵੀ ਹੈ, ਉਹ ਆਕਾਸ਼ ਵਿੱਚ ਵੀ ਹੈ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਹੈ ਬਾਬਾ ਤੂੰ ਕਦੇ ਭਰਮ ਖਤਮ ਕਰ ਦੇ, ਤਾਂ ਜੋ ਮਨੁੱਖ ਨੂੰ ਸਮਝ ਆ ਜਾਏ ਜੋ ਕੁਛ ਕਰਤ ਹੈ, ਜੋ ਪਰਮਾਤਮਾ ਕਰਦਾ ਹੈ, ਸੋਈ ਕੋਈ ਹੈ, ਉਹੀ ਅਸੀਂ ਕਰਦੇ ਹਾਂ। ਜੋ ਪਰਮਾਤਮਾ ਸਾਡੇ ਤੋਂ ਕਰਾਉਂਦਾ, ਮਨੁੱਖ ਉਹੀ ਕਰਦਾ ਹੈ। ਦੇਖਣ ਨੂੰ ਐਂ ਲੱਗਦਾ ਮਨ ਮਰਜ਼ੀ ਕਰ ਰਿਹਾ ਹੈ, ਨਹੀਂ, ਪਰਮਾਤਮਾ ਜੋ ਕਰਵਾ ਰਿਹਾ ਮਨੁੱਖ ਤੋਂ, ਮਨੁੱਖ ਉਹੀ ਕਰਦਾ ਹੈ। ਅਤੇ ਤੈਸੇ ਜਾਏ ਸਮਾਹੀ, ਅਤੇ ਫਿਰ ਜਿਹੋ ਜਿਹਾ ਕਰ ਰਿਹਾ ਹੈ ਉਹਦੇ ਵਿੱਚ ਹੀ ਲੀਨ ਹੋ ਜਾਵੇਗਾ। ਪਰਮਾਤਮਾ ਹੀ ਸਾਡੇ ਤੋਂ ਕਰਵਾ ਰਿਹਾ ਕਰਮ, ਇਸ ਲਈ ਜਦੋਂ ਸਾਨੂੰ ਸਮਝ ਆ ਜਾਏਗੀ, ਫਿਰ ਅਸੀਂ ਪਰਮਾਤਮਾ ਦੇ ਵਿੱਚ ਹੀ ਸਰੀਰ ਤਿਆਗਣ ਤੋਂ ਬਾਅਦ ਸਮਾ ਜਾਵਾਂਗੇ, ਲੀਨ ਹੋ ਜਾਵਾਂਗੇ। ਰਹੋ ਇਸਤਰੀ ਪੁਰਖ ਹੋਏ ਕੈ, ਕਿਆ ਹੋਏ ਕਰਮ ਕਮਾਹੀ। ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹੇ ਸਮਾਹੀ। ਇਸਤਰੀਆਂ ਨੇ, ਪੁਰਖ ਨੇ, ਉਹ ਕੀ ਕਰਮ ਕਰ ਸਕਦੇ ਨੇ? ਉਹ ਆਪਣੇ ਆਪ ਕੀ ਕਰ ਸਕਦੇ ਨੇ? ਆਪਣੇ ਆਪ ਇਹ ਕੁਛ ਵੀ ਨਹੀਂ ਕਰ ਸਕਦੇ। ਜੋ ਤੂੰ ਇਹਨਾਂ ਤੋਂ ਕਰਾਉਂਦਾ ਹੈ, ਉਹ ਉਹੀ ਕਰਦੇ ਨੇ। ਇਸ ਲਈ ਔਰਤ ਵੀ ਤੇਰੇ ਰੂਪ ਹੈ, ਪੁਰਖ ਵੀ ਤੇਰੇ ਰੂਪ ਹੈ। ਨਾਨਾ ਰੂਪ ਸਦਾ ਹੈ ਤੇਰੇ, ਨਾਨਾ ਹੁੰਦੇ ਕਈ ਪ੍ਰਕਾਰ ਦੇ, ਤੇਰੇ ਰੂਪ ਕਈ ਪ੍ਰਕਾਰ ਦੇ ਹਨ, ਅਤੇ ਉਹ ਸਾਰੇ ਰੂਪ ਹੀ ਤੁਝ ਹੀ ਮਾਹੇ ਸਮਾਹੀ, ਅਤੇ ਅਖੀਰ ਨੂੰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ।
ਇਹ ਚਾਹੇ ਔਰਤ ਹੈ, ਚਾਹੇ ਪੁਰਖ ਹੈ, ਕੋਈ ਜੀਵ ਹੈ, ਕੋਈ ਜੰਤੂ ਹੈ, ਪਰਮਾਤਮਾ ਤੇਰੇ ਰੂਪ ਹੈ। ਗੁਰਬਾਣੀ ਜੋ ਦੀਸੈ ਸੋ ਤੇਰਾ ਰੂਪ, ਜੋ ਵੀ ਵਿਖਾਈ ਦੇ ਰਿਹਾ ਹੈ ਪਰਮਾਤਮਾ ਤੇਰੇ ਰੂਪ ਹੈ। ਅਤੇ ਜੇ ਤੇਰਾ ਰੂਪ ਹੈ ਤੇ ਅਖੀਰ ਨੂੰ ਉਹਨੇ ਤੇਰੇ ਵਿੱਚ ਹੀ ਸਮਾ ਜਾਣਾ ਹੈ। ਦੇਖਣ ਨੂੰ ਕੋਈ ਬੰਦਾ ਲੱਗ ਰਿਹਾ, ਕੋਈ ਜਨਾਨੀ ਲੱਗ ਰਿਹਾ ਹੈ, ਪਰ ਹੈਣ ਤੇਰੇ ਹੀ ਰੂਪ, ਅਤੇ ਸਮਾਂ ਪਾ ਕੇ ਤੇਰੇ ਵਿੱਚ ਹੀ ਇਹਨਾਂ ਨੇ ਸਮਾ ਜਾਣਾ ਹੈ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੁੱਲੇ ਨਹੀਂ। ਇੰਨੇ ਜਨਮ ਕਹਿੰਦਾ ਭੁੱਲੇ ਫਿਰਦੇ ਸੀ ਪਰਮਾਤਮਾ ਨੂੰ, ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੁਣ ਕਦੇ ਭੁੱਲਦਾ ਹੀ ਨਹੀਂ ਹੈਗਾ। ਪਹਿਲਾਂ ਕਿੰਨੇ ਜਨਮ ਰੱਬ ਭੁੱਲਿਆ ਰਿਹਾ ਹੈ, ਹੁਣ ਕਦੇ ਜਾਂ ਪਾਇਆ, ਜਦੋਂ ਦਾ ਰੱਬ ਨੂੰ ਪਾ ਲਿਆ ਹੈ ਤਾਂ ਭੁੱਲੇ ਨਾ, ਹੁਣ ਰੱਬ ਭੁੱਲਦਾ ਹੀ ਨਹੀਂ ਹੈਗਾ। ਕਿਉਂ? ਉਹਦੀ ਪ੍ਰਾਪਤੀ ਹੋ ਗਈ, ਹੁਣ ਉਹ ਭੁੱਲਦਾ ਹੀ ਨਹੀਂ। ਅਤੇ ਪਹਿਲਾਂ ਯਾਦ ਨਹੀਂ ਸੀ ਆਉਂਦਾ। ਜਾ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕੈ ਸ਼ਬਦ ਸਮਾਹੀ। ਜਿਹੜੇ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ 'ਚ ਸਮਾ ਜਾਂਦੇ ਹਨ, ਪਰਮਾਤਮਾ 'ਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸਮਝ ਆਉਂਦੀ ਹੈ ਜਾ ਕਾ ਕਾਰਜ ਸੋਈ ਪਰ ਜਾਣੇ, ਬਈ ਜਿਹਦਾ ਕੰਮ ਹੈ ਉਹੀ ਜਾਣਦਾ ਹੈ। ਇਹ ਕਾਰਜ ਪਰਮਾਤਮਾ ਦਾ ਹੈ, ਪੈਦਾ ਕਰਨਾ, ਅੱਡ ਕੰਮਾਂ 'ਤੇ ਲਾਉਣਾ, ਭਗਤੀ ਕਰਾਉਣਾ, ਹਾਂਜੀ, ਭੁਲਾਉਣਾ, ਯਾਦ ਕਰਾਉਣਾ, ਸਾਰਾ ਉਹਦੇ ਕੰਮ ਹੈ। ਇਸ ਲਈ ਉਹੀ ਜਾਣਦਾ ਹੈ, ਆਪਣੇ ਕੰਮਾਂ ਨੂੰ ਪਰਮਾਤਮਾ ਆਪ ਹੀ ਜਾਣਦਾ। ਤੇਰਾ ਸ਼ਬਦ ਤੂੰ ਹੈ ਆਪੇ, ਤੇਰਾ ਸ਼ਬਦ ਇੱਥੇ ਰੁਕਣਾ, ਤੂੰ ਹੈ ਆਪੇ, ਭਰਮ ਕਹਾਂ ਹੀ। ਤੇਰਾ ਸ਼ਬਦ ਤੂੰ ਹੈ ਆਪੇ, ਤੂੰ ਆਪਣੇ ਆਪ ਤੋਂ ਹੈ, ਤੂੰ ਹੈ ਆਪੇ। ਇਹ ਪ੍ਰਭੂ ਤੂੰ ਆਪਣੇ ਆਪ ਤੋਂ ਹੈ, ਤੈਨੂੰ ਕਿਸੇ ਬਣਾਇਆ ਨਹੀਂ ਹੈ। ਜਦ ਤੂੰ ਆਪਣੇ ਆਪ ਤੋਂ ਹੈ, ਇਹ ਸ਼ਬਦ ਵੀ ਤੇਰਾ ਹੈ, ਫਿਰ ਭਰਮ ਕਿੱਥੋਂ ਆ ਗਿਆ ਹੈ? ਇਹ ਭਰਮ ਕਿੱਥੋਂ ਆ ਗਿਆ? ਕਹਿੰਦੇ ਭਰਮ ਹੋਣਾ ਹੀ ਨਹੀਂ ਚਾਹੀਦਾ ਕੋਈ। ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨਾਹੀ। ਜਦੋਂ ਤਤ ਭਾਵ ਆਤਮਾ, ਦੂਜਾ ਤਤ ਹੈ ਪਰਮਾਤਮਾ। ਜਦੋਂ ਆਤਮਾ ਪਰਮਾਤਮਾ ਦੇ ਵਿੱਚ ਮਿਲਦੀ ਹੈ, ਫਿਰ ਕਹਿੰਦਾ ਪੁਨਰਪ ਜਨਮ ਨਾ ਆਹੀ। ਫਿਰ ਪੁਨਰਪ ਹੁੰਦਾ ਦੁਬਾਰਾ, ਫਿਰ ਦੁਬਾਰਾ ਜਨਮ ਨਹੀਂ ਹੁੰਦਾ, ਕਿਉਂਕਿ ਆਤਮਾ ਪਰਮਾਤਮਾ ਦੇ ਵਿੱਚ ਹੀ ਮਿਲ ਗਈ। ਜਦੋਂ ਬੰਦੇ ਨੂੰ ਬ੍ਰਹਮ ਗਿਆਨ ਹੁੰਦਾ ਹੈ, ਉਸ ਤੋਂ ਬਾਅਦ ਜਦੋਂ ਸਰੀਰ ਤਿਆਗਦਾ ਹੈ, ਉਹਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ, ਉੱਥੇ ਹੀ ਰਹਿੰਦਾ ਸੱਚਖੰਡ। ਜੋ ਜਦੋਂ ਪਰਮਾਤਮਾ ਦਾ ਜੀਅ ਕਰਦਾ, ਉਹਦੀ ਡਿਊਟੀ ਲਾ ਦਿੰਦਾ। ਫਿਰ ਉਹਨੂੰ ਪੁੱਛਦਾ ਤੂੰ ਸੰਸਾਰ 'ਤੇ ਜਾਣਾ ਅਤੇ ਤੂੰ ਆਹ ਕੰਮ, ਉਹ ਕਹਿੰਦਾ ਨਾ ਜੀ ਮੇਰਾ ਤਾਂ ਜੀਅ ਨਹੀਂ ਕਰਦਾ, ਮੈਂ ਕੀ ਕਰਾਉਣਾ ਸੰਸਾਰ ਤੋਂ, ਖਚ ਕਰਨੇ ਤੋਂ। ਫਿਰ ਉਹ ਕਹਿੰਦੇ ਨਹੀਂ ਭਾਈ, ਅਤੇ ਤੂੰ ਆਹ ਕੰਮ ਲੈਣਾ, ਤੂੰ ਜਾ। ਫਿਰ ਬੰਦਾ ਪਰਮਾਤਮਾ ਦਾ ਹੁਕਮ ਪਾ ਕੇ ਜੀਵ ਆਤਮਾ ਆ ਜਾਂਦੀ ਹੈ। ਜਿਵੇਂ ਦਸਮ ਪਾਤਸ਼ਾਹ ਕਹਿੰਦੇ, ਅਸੀਂ ਹੇਮਕੁੰਡ ਪਰਬਤ 'ਤੇ ਤਪੱਸਿਆ ਕਰ ਰਹੇ ਸੀ, ਦਵੈਤ 'ਤੇ ਇੱਕ ਰੂਪ ਹੋਏ ਗਏ ਹੋ। ਪਰਮਾਤਮਾ ਅਤੇ ਮੈਂ ਪਹਿਲਾਂ ਦੋ ਸੀ, ਅਸੀਂ ਇੱਕ ਰੂਪ ਹੋ ਗਏ। ਪਰਮਾਤਮਾ ਨੇ ਮੈਨੂੰ ਬੁਲਾਇਆ ਕਿ ਮੈਂ ਤੈਨੂੰ ਸੰਸਾਰ 'ਤੇ ਭੇਜਣਾ ਹੈ। ਕਹਿੰਦੇ ਮੇਰਾ ਚਿੱਤ ਨਹੀਂ ਸੀ ਕਰਦਾ ਹੁਣ, ਚਿੱਤ ਨਾ ਪਇਓ ਹਮਰੋ ਆਵਨ ਕੋ। ਕਹਿੰਦੇ ਮੇਰਾ ਜੀਅ ਨਹੀਂ ਸੀ ਕਰਦਾ ਹੁਣ, ਪਰ ਪਰਮਾਤਮਾ ਨੇ ਕਿਹਾ ਨਹੀਂ ਤੈਨੂੰ ਜਾਣਾ ਪੈਣਾ, ਤੂੰ ਆਹ ਕੰਮ ਕਰਨਾ ਉੱਥੇ ਜਾ ਕੇ, ਇਹ ਕੰਮ ਕਰਕੇ ਤੂੰ ਵਾਪਸ ਹੀ ਇੱਥੇ ਆ ਜਾਣਾ। ਇਸ ਲਈ ਜਿਹੜਾ ਪਰਮਾਤਮਾ ਗੁਰੂ ਬਣਾ ਕੇ, ਸੰਤ ਮਾਤਾ ਬਣਾ ਕੇ, ਬ੍ਰਹਮ ਗਿਆਨੀ ਬਣਾ ਕੇ ਸੰਸਾਰ 'ਤੇ ਭੇਜ ਦੇਣਾ, ਉਹਨਾਂ ਦੀ ਡਿਊਟੀ ਲੱਗੀ ਦੇ ਧੁਰੋਂ, ਆਹ ਤੁਹਾਡੀ ਡਿਊਟੀ ਹੈ, ਇੰਨਾ ਤੁਹਾਨੂੰ ਸਮਾਂ ਦਿੱਤਾ, ਇਹ ਤੁਸੀਂ ਕੰਮ ਕਰਕੇ ਆਉਣਾ ਵਾਪਸ। ਇਸ ਲਈ ਉਹ ਆਪਣੀ ਡਿਊਟੀ ਪੂਰੀ ਕਰਕੇ ਜਿੱਥੋਂ ਆਏ ਨੇ ਉੱਥੇ ਵਾਪਸ ਚਲੇ ਜਾਂਦੇ। ਜੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸਾਰੀ ਕਥਾ ਸੁਣੀ, ਉਹ ਤਾਂ ਵਧੇ ਹੋ ਗਏ, ਉਹ ਤਾਂ ਸੱਚਖੰਡ ਨੂੰ ਜਾ ਰਹੇ ਨੇ। ਦਸਮ ਪਾਤਸ਼ਾਹ ਨੇ ਦੇਖਿਆ ਵੀ ਉਹ
ਇਹ ਤਾਂ ਸਾਰੇ ਚਲੇ ਚਲੇ ਨੇ। ਆਵਾਜ਼ ਮਾਰੀ, ਦੀਪ ਸਿੰਘ ਜੀ, ਮਨੀ ਸਿੰਘ ਜੀ, ਵਾਪਸ ਆਓ। ਉਹ ਰੂਹਾਂ ਵਾਪਸ ਆ ਗਈ। ਕਹਿ ਤੁਸੀਂ ਚੰਗੇ ਬੰਦੇ ਹੋ, ਮੈਨੂੰ ਦੱਸ ਕੇ ਹੀ ਚੱਲੇ। ਮੈਂ ਸੀਗਾ ਕਹਿੰਦੇ ਜੀ ਅਸੀਂ ਸੱਚਖੰਡ ਨੂੰ ਜਾ ਰਹੇ ਸੀ। ਕਹਿੰਦੇ ਜਾਓਗੇ ਤਾਂ ਤੁਸੀਂ ਸੱਚਖੰਡ ਨੂੰ ਹੀ, ਪਰ ਅਜੇ ਤੁਹਾਡੇ ਤੋਂ ਕੰਮ ਲੈਣਾ, ਉਹ ਤੋਂ ਬਾਅਦ ਫਿਰ ਤੁਸੀਂ ਸੱਚਖੰਡ ਹੀ ਜਾਓਗੇ। ਐਂ ਹੀ ਪਰਮਾਤਮਾ ਨੇ ਕਈਆਂ ਤੋਂ ਕੰਮ ਲੈਣਾ ਹੁੰਦਾ। ਉਹ ਕੰਮ ਲੈ ਕੇ ਜਿੱਥੋਂ ਬੰਦਾ ਹੈ ਉੱਥੇ ਵਾਪਸ ਚਲੇ ਜਾਂਦਾ। ਭਾਈ ਮਨੀ ਸਿੰਘ, ਭਾਈ ਦੀਪ ਫਿਰ ਦੁਬਾਰਾ ਸੱਚਖੰਡ ਚਲੇ ਗਏ। ਦੋਨਾਂ ਦਾ ਕੰਮ ਲੈਣਾ, ਇੱਕ ਤੋਂ ਬੰਦ ਕਟਵਾਉਣੇ ਸਨ ਅਤੇ ਇੱਕ ਤੋਂ ਫਿਰ ਜਿਹੜਾ ਹੈ ਹਰਿਮੰਦਰ ਸਾਹਿਬ ਆਜ਼ਾਦ ਕਰਵਾਉਣਾ ਸੀ। ਦੋਨਾਂ ਦਾ ਕੰਮ ਲਏ, ਪਰ ਹੁਣ ਵਾਪਸ ਸੱਚਖੰਡ ਪਏ। ਇਸ ਲਈ ਜਿਹੜਾ ਹੈ ਜਦੋਂ ਫਿਰ ਤਤ ਸਿਓ ਮਿਲਿਆ, ਪੁਨਰ ਜਨਮ ਨਾ ਹੀ, ਫਿਰ ਦੁਬਾਰਾ ਜਨਮ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਨਾਲ ਮੇਲ ਹੀ ਹੋ ਗਿਆ ਹੈ। ਸਤਿਕਾਰਯੋਗ ਸਾਧ ਸਿੰਘ ਜੀ, ਯਾਦ ਰੱਖਣਾ ਕੱਲ੍ਹ ਨੂੰ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਹਿੱਤ ਅਖੰਡ ਪਾਠ ਸ਼ੁਰੂ ਹੋ ਰਹੇ ਨੇ। ਸਾਰੇ ਪਾਠੀਆਂ ਯਾਦ ਰੱਖ ਆਪਣਾ ਵੇਲੇ ਸਿਰ ਅਖੰਡ ਪਾਠ ਦੀ ਰੌਲ 'ਤੇ ਆਉਣਾ ਹੈ। ਐਤਵਾਰ ਨੂੰ ਇੱਥੇ 8 ਵਜੇ ਸਵੇਰੇ ਭੋਗ ਪੈ ਜਾਣੇ ਨੇ। ਉਸ ਤੋਂ ਬਾਅਦ ਫਿਰ 9:45 ਤੋਂ ਲੈ ਕੇ 10:45 ਵਜੇ ਵੱਡਾ ਗੁਰਦੁਆਰਾ ਸਾਹਿਬ, ਉੱਥੇ ਕੀਰਤਨ ਹੋਏਗਾ। ਉਸ ਤੋਂ ਬਾਅਦ ਫਿਰ ਲੰਗਰ ਪਾਣੀ ਹੋਏਗਾ। ਸੋ ਸਾਰਿਆਂ ਨੇ ਯਾਦ ਰੱਖਣਾ, ਇੱਕ ਦੂਜੇ ਨੂੰ ਦੱਸ ਵੀ ਦੇਣਾ। ਸੋ ਸਤਿਕਾਰਯੋਗ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।